ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਇਸ ਵਕਤ ਹੈ ਜੀ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ MLA ਨਾਰੰਗ ਵਾਲੀ ਜਿਹੜੀ ਘਟਨਾ ਵਾਪਰੀ ਹੈ, ਅਬੋਹਰ ਦੇ MLA ਮਲੋਟ ਦੇ ਵਿੱਚ ਜੋ ਘਟਨਾ ਵਾਪਰੀ ਹੈ, ਉਸ ਤੋਂ ਬਾਅਦ ਜਥੇਬੰਦੀਆਂ ਨੇ ਵੀ ਰਣਨੀਤੀ ਨੂੰ ਲੈ ਕੇ ਚਰਚਾਵਾਂ ਸ਼ੁਰੂ ਕੀਤੀਆਂ। ਸਰਕਾਰੀ ਧਿਰਾਂ ਵੀ ਐਕਟਿਵ ਹੋਈਆਂ ਤੇ ਭਾਜਪਾ ਵੀ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਵਿੱਢਣ ਲੱਗੀ ਹੈ। ਸੋ ਇਸ ਦੇ ਨਾਲ ਕਿੱਥੇ ਸਥਿਤੀ ਖੜੇਗੀ, ਕਿੱਥੇ ਹਾਲਾਤ ਬਣਨਗੇ, ਟਕਰਾਅ ਤਾਂ ਨਹੀਂ ਹੋਏਗਾ। ਸੱਤਾ ਦਾ ਟਕਰਾਅ, ਪ੍ਰਸ਼ਾਸਨ ਦਾ ਟਕਰਾਅ, ਸੂਬੇ ਤੇ ਕੇਂਦਰ ਦਾ ਟਕਰਾਅ ਤੇ ਪੰਜਾਬ ਦੇ ਲੋਕਾਂ ਦਾ ਟਕਰਾਅ ਦੀ ਕੋਈ ਰਾਜਨੀਤੀ ਇਹ ਤਾਂ ਨਹੀਂ ਜਨਮ ਲਏਗੀ। ਜਿੱਥੇ ਇਹ ਸਵਾਲ ਖੜੇ ਨੇ ਉੱਥੇ ਇਸ ਦੇ ਨਾਲ ਇਹ ਵੀ ਸਵਾਲ ਖੜਾ ਹੈ ਕਿ ਕਿਸਾਨ ਅੰਦੋਲਨ ਹੁਣ ਜਦੋਂ ਅਪ੍ਰੈਲ ਮਹੀਨੇ ਵੱਲ ਨੂੰ ਵੱਧ ਰਿਹਾ ਹੈ, ਜਿੱਥੇ ਖਾਸ ਕਰਕੇ ਵਿਸਾਖੀ ਦਾ ਜਿਹੜਾ ਵਾਢੀ ਨਾਲ ਜੁੜਿਆ ਸੀਜ਼ਨ ਹੈ, ਉਸ ਨੂੰ ਲੈ ਕੇ ਵਾਢੀ ਦੇ ਲਈ ਉੱਥੋਂ ਕਿਵੇਂ ਜਿਹੜੇ ਪਰਿਵਾਰ ਉੱਥੇ ਬੈਠੇ ਨੇ ਉਹਨਾਂ ਦੀ ਕੌਣ ਸਾਂਭੇਗਾ, ਉਹਨਾਂ ਦੀ ਫਸਲ ਨੂੰ ਕਿਵੇਂ ਵੇਚੀ ਜਾਏਗੀ, ਤੇ ਕੇਂਦਰ ਵੱਲੋਂ ਜਿਹੜੇ ਨਵੇਂ ਹੱਥਕੰਡੇ ਅਪਣਾਏ ਜਾ ਰਹੇ ਨੇ ਪੰਜਾਬ ਨੂੰ ਪਰੇਸ਼ਾਨ ਕਰਨ ਲਈ, ਖਾਸ ਕਰਕੇ ਵਾਢੀ ਦੇ ਹਵਾਲੇ ਨਾਲ, ਉਸ ਮਸਲੇ ਨੂੰ ਲੈ ਕੇ ਕਿਵੇਂ ਨਜਿੱਠਣ ਦੀ ਜਥੇਬੰਦੀਆਂ ਨੇ ਤਿਆਰੀ ਉਲੀਕੀ ਹੈ। ਸੋ ਅੰਦੋਲਨ ਵੀ ਚੱਲਦਾ ਰਹੇ, ਨਾਲ ਇਹ ਮਸਲੇ ਵੀ ਹੱਲ ਹੁੰਦੇ ਰਹਿਣ ਤੇ ਨਾਲ ਤਾਜ਼ੀਆਂ ਜਿਹੜੀਆਂ ਘਟਨਾਵਾਂ ਜੁੜਦੀਆਂ ਨੇ ਉਹਦੇ ਵਿੱਚੋਂ ਵੀ ਬਾਹਰ ਨਿਕਲਣਾ। ਸੋ ਜਥੇਬੰਦੀਆਂ ਉੱਤੇ, ਖਾਸ ਕਰ ਕਿਸਾਨ ਆਗੂਆਂ ਦੇ ਉੱਤੇ ਲਗਾਤਾਰ ਨਵੇਂ ਤਰ੍ਹਾਂ ਦਾ ਦਬਾਅ ਵੀ ਬਣਦਾ ਜਾ ਰਿਹਾ ਹੈ, ਨਵਾਂ ਤਰ੍ਹਾਂ ਦੇ ਮਸਲੇ ਵੀ ਜਨਮਦੇ ਜਾ ਰਹੇ ਨੇ, ਉਹ ਸਾਰਿਆਂ ਨਾਲ ਕਿਵੇਂ ਨਜਿੱਠ ਰਹੇ ਨੇ। ਸੋ ਹਰ ਪਹਿਲੂ ਦਰ ਪਹਿਲੂ ਅਸੀਂ ਚਰਚਾ ਕਰਾਂਗੇ। ਚਰਚਾ ਕਰਨ ਲਈ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਭਾਜੀ ਮੇਰੇ ਨਾਲ ਹੈ। ਭਾਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਭਾਜੀ ਮੈਂ ਇਸੇ ਗੱਲ ਤੋਂ ਗੱਲ ਸ਼ੁਰੂ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਇੱਕ ਵਿਧਾਇਕ ਤੇ ਅਟੈਕ ਹੁੰਦਾ ਹੈ, ਹਮਲਾ ਹੁੰਦਾ ਹੈ, ਉਹਦੇ ਕੱਪੜੇ ਫਾੜੇ ਜਾਂਦੇ ਨੇ। ਹੁਣ ਇਹਦੀਆਂ ਦੋ ਲਹਿਰਾਂ, ਮੈਂ ਜਿਹੜੀਆਂ ਲੇਅਰਸ ਨੇ ਉਹ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਕਿ ਇੱਕ ਤਾਂ ਹੈ ਰੋਸਾ, ਗੁੱਸਾ ਕਿ ਤੁਹਾਡੀ ਪਾਰਟੀ, ਤੁਹਾਡੀ ਸੱਤਾਧਾਰੀ ਧਿਰ ਗੱਲ ਨਹੀਂ ਸੁਣ ਰਹੀ, 4 ਮਹੀਨੇ ਤੋਂ ਉੱਪਰ ਹੋ ਗਿਆ। ਦੂਜਾ ਪੁਲਿਸ ਦੀ ਨਾਕਾਮੀ, ਪ੍ਰਸ਼ਾਸਨ ਦੀ ਨਾਕਾਮੀ ਕਿ ਉਹ ਅੰਦੋਲਨਕਾਰੀਆਂ ਨੂੰ, ਪ੍ਰਦਰਸ਼ਨਕਾਰੀਆਂ ਨੂੰ ਉਸ ਹੱਦ ਤੱਕ ਨਹੀਂ ਰੱਖ ਸਕੀ ਕਿ ਉਹ ਕੱਪੜੇ ਫਾੜਨ ਤੱਕ ਸਥਿਤੀ ਨਾ ਬਣੇ। ਸੋ ਇਸ ਦੋਵੇਂ ਘਟਨਾਕ੍ਰਮ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ? ਫਿਰ ਅਸੀਂ ਰਾਜਨੀਤਿਕ ਤੇ ਸਮਾਜਿਕ ਪਹਿਲੂ ਤੇ ਵੀ ਗੱਲ ਕਰਾਂਗੇ। ਦੇਖੋ, ਟਕਰਾਅ ਤਾਂ ਬਹੁਤ ਦੇਰ ਤੋਂ ਚੱਲ ਹੀ ਰਿਹਾ ਸੀਗਾ, ਭਾਵੇਂ ਉਹ ਪੰਜਾਬ ਹੋਵੇ, ਭਾਵੇਂ ਹਰਿਆਣਾ ਹੋਵੇ ਤੇ ਭਾਵੇਂ ਉੱਤਰ ਪ੍ਰਦੇਸ਼ ਹੋਵੇ। ਤੁਹਾਡੇ ਯਾਦ ਹੋਣਾ ਕਿ ਇੱਕ ਵਾਰੀ ਹਰਿਆਣਾ ਦੇ ਮੁੱਖ ਮੰਤਰੀ ਰੈਲੀ ਕਰਨਾ ਚਾਹੁੰਦੇ ਸੀਗੇ, ਲੋਕਾਂ ਨੇ ਟੈਂਟ ਵਗੈਰਾ ਪੱਟਦੇ ਸੀਗੇ। ਠੀਕ ਹੈ ਕਿ ਆਮੋ ਸਾਹਮਣੇ ਟੱਕਰ ਨਹੀਂ ਹੋਈ ਕਿਉਂਕਿ ਉੱਥੇ BJP ਦੇ ਬਹੁਤੇ ਵਰਕਰ ਹਾਜ਼ਰ ਨਹੀਂ ਸੀਗੇ ਤੇ ਜਿਹੜੇ BJP ਦੇ ਵਰਕਰ ਹਾਜ਼ਰ ਸੀ ਉਹ ਪਹਿਲੇ ਉੱਥੋਂ ਛੱਡ ਕੇ ਚਲੇ ਗਏ। ਹੈਲੀਕਾਪਟਰ ਦਾ ਟਰੈਕ ਵੀ ਪੱਟਦਾ, ਹਾਂ ਟਰੈਕ ਪੱਟਦਾ ਸੀਗਾ, ਜਿਹੜਾ ਉਹ ਹੈਲੀਕਾਪਟਰ ਹੈਲੀਪੈਡ ਹੁੰਦਾ ਉਹਦੇ 'ਚ ਉਹਨੂੰ ਪੱਟਦਾ ਸੀਗਾ। ਇਸ ਤੋਂ ਪਹਿਲਾਂ ਆਪਣਾ ਉੱਤਰ ਪ੍ਰਦੇਸ਼ ਵਿੱਚ ਵੀ ਘਟਨਾਵਾਂ ਹੋ ਚੁੱਕੀਆਂ ਨੇ। ਉੱਤਰ ਪ੍ਰਦੇਸ਼ ਵਿੱਚ ਵੀ ਜਿਹੜਾ ਉਹਦਾ MP ਹੈਗਾ ਬਲਿਆਨ, ਉਹ ਬੋਲਣ ਗਿਆ ਸੀ, ਉਹਨੂੰ ਕਈ ਥਾਵਾਂ 'ਤੇ ਲੋਕਾਂ ਦੇ ਪ੍ਰੋਟੈਸਟ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਪੰਜਾਬ ਵੀ ਚੱਲ ਰਿਹਾ ਸੀ। ਪੰਜਾਬ ਵਿੱਚ ਪਾਉਂਦੀ ਅਸ਼ਵਨੀ ਸ਼ਰਮਾ ਜੀ, ਹੁਣ ਪਠਾਨਕੋਟ ਵੱਲ ਘਟਨਾ ਹੋਈ ਸੀਗੀ, ਹੋਰ ਥਾਵਾਂ 'ਤੇ ਹੋ ਰਿਹਾ ਸੀ। ਤੋ ਇਹ ਟਕਰਾਓ ਤਾਂ ਬਹੁਤ ਦੇਰ ਤੋਂ ਚੱਲ ਹੀ ਰਿਹਾ ਉਸ ਵਿੱਚ, ਭਾਜਪਾ ਵਰਸਸ ਕਿਸਾਨ। ਪਰ ਇਹ ਗੱਲ ਥੋੜ੍ਹੀ ਜਿਹੀ ਅੱਗੇ ਵੱਧ ਗਈ ਕੱਲ੍ਹ, ਜਿਹੜੀ ਕਿ ਲੱਗਦਾ ਕਿ ਹੋਣੀ ਨਹੀਂ ਚਾਹੀਦੀ, ਜਿਹੜੀ ਕਿ ਹੋ ਗਈ ਸੀ, ਹੈ ਨਾ। ਇਹ ਸਾਡੇ ਸੱਭਿਅਕ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਬਹੁਤੀਆਂ ਸ਼ੋਭਾ ਨਹੀਂ ਦਿੰਦੀਆਂ। ਪਰ ਇਹਦਾ ਦੂਸਰਾ ਪਹਿਲੂ ਵੀ ਹੈਗਾ ਕਿ BJP ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕਿਸਾਨ ਇੰਨੀ ਦੇਰ ਤੋਂ ਬੈਠੇ ਨੇ, ਇੰਨੀ ਦੇਰ ਤੋਂ ਉਹ ਪ੍ਰੋਟੈਸਟ ਕਰ ਰਹੇ ਨੇ, ਉਹਨਾਂ ਦਾ ਕੋਈ ਨਾ ਕੋਈ ਮਨ ਵਿੱਚ ਗੱਲ ਤਾਂ ਹੈਗੀ ਆ, ਉਹਨਾਂ ਨਾਲ ਕੋਈ ਨਾ ਕੋਈ ਗੱਲਬਾਤ ਅੱਗੇ ਵਧਾਉਣੀ ਚਾਹੀਦੀ ਸੀ। ਪੰਜਾਬ BJP ਨੂੰ ਕਿਸਾਨਾਂ ਨਾਲ ਆਮ ਮਿਲਣਾ ਚਾਹੀਦਾ ਸੀਗਾ, ਉਹਨਾਂ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਵੀ ਦੱਸੋ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ। ਸਾਡੀ ਗੌਰਮੈਂਟ ਹੈਗੀ ਦਿੱਲੀ ਵਿੱਚ, ਅਸੀਂ ਜਾ ਕੇ ਕਿਹਨੂੰ ਮਿਲ ਗਏ, ਅਸੀਂ ਕਿਹਨੂੰ ਕੀ ਕਹੀਏ, ਤਾਂ ਕਿੱਥੇ ਜਾ ਕੇ ਸੈਟਲਮੈਂਟ ਹੋ ਸਕਦੀ ਹੈ। ਪੰਜਾਬ ਦੀ BJP ਨੇ ਇਹ ਉਪਰਾਲਾ ਨਹੀਂ ਕੀਤਾ, ਇਹ ਮਾੜੀ ਗੱਲ ਮਤਲਬ ਹੈਗੀ ਆ। ਇਹ ਇੱਕ ਗੱਲ ਜੇ ਉਹ ਇਸ ਤਰ੍ਹਾਂ ਕਰਦੇ ਤਾਂ ਮੇਰਾ ਖਿਆਲ ਕਿ ਪੰਜਾਬ 'ਚ BJP ਦੇ ਖਿਲਾਫ ਇੰਨਾ ਗੁੱਸਾ ਨਹੀਂ ਭੜਕਣਾ ਸੀ ਜਿੰਨਾ ਕੁ ਹੋਇਆ। ਕੁਛ ਪਹਿਲਾਂ 2-3 ਨੇਤਾਵਾਂ ਨੇ ਸਟੇਟਮੈਂਟਾਂ ਜਿਹੀਆਂ ਦੇਤੀਆਂ, ਗਲਤ ਸਟੇਟਮੈਂਟਾਂ ਦੇਤੀਆਂ, ਉਹਨਾਂ ਨੇ ਕਿਸਾਨਾਂ ਦੇ ਜਜ਼ਬਾਤ ਨੂੰ ਭੜਕਾਇਆ, ਉਹਦੇ ਨਾਲ ਗੱਲ ਗੜਬੜ ਵੱਧ ਗਈ, ਟਕਰਾਓ ਵਾਲੀ ਸਥਿਤੀ ਵੱਧ ਗਈ। ਖੈਰ ਹੁਣ ਜਿਹੜੀ ਇੱਕ ਗੱਲ ਹੈਗੀ ਜਿਹੜੀ ਆਪਣੇ ਸਾਹਮਣੇ ਨਜ਼ਰ ਆ ਰਹੀ ਹੈ, ਹਾਲਾਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਹਦੀ ਨਿੰਦਾ ਕੀਤੀ ਹੈਗੀ, ਫਿਰ ਵੀ ਸਾਰਾ ਦੋਸ਼ ਸਰਕਾਰ 'ਤੇ ਲੱਗ ਜਾਣਾ ਹੈ ਕਿਉਂਕਿ ਉਹ ਲੱਗਣਾ ਕਿਉਂਕਿ ਸਰਕਾਰ ਕੋਲ ਜਿਹੜੀ ਮੌਜੂਦਾ ਸਰਕਾਰ ਹੈ, ਜ਼ਿੰਮੇਵਾਰੀ ਤਾਂ ਉਹਦੀ ਬਣਦੀ ਸੀਗੀ। ਉੱਥੇ ਪੁਲਿਸ ਹਾਜ਼ਰ ਸੀ, ਇੰਨੀ ਪੁਲਿਸ ਦੀ ਹਾਜ਼ਰੀ ਦੇ ਬਾਵਜੂਦ ਕਿਉਂ ਭਾਣਾ ਵਰਤ ਗਿਆ, ਇਹ ਸਾਰਾ ਕਿਉਂ ਕੁਛ ਹੋਇਆ, ਇਹ ਗੱਲ ਵੀ ਸੋਚਣ ਸਮਝਣ ਵਾਲੀ ਹੈਗੀ ਹੈ ਕਿ ਉਹਨਾਂ ਨੇ ਸਰਕਲ ਕਿਉਂ ਨਹੀਂ ਕੀਤਾ। ਜੇ ਇੰਨੇ ਪੁਲਿਸ ਕਰਮਚਾਰੀ ਉੱਥੇ ਸੀਗੇ ਤਾਂ ਇੱਕ MLA ਨੂੰ ਬਚਾਉਣ। ਦੇਖੋ ਜਿਹੜੀ ਫੋਰਸ ਹੈਗੀ ਇਹ ਟ੍ਰੇਨਡ ਫੋਰਸ ਹੁੰਦੀ ਹੈ, ਪੁਲਿਸ ਫੋਰਸ ਟ੍ਰੇਨਡ ਹੁੰਦੀ ਹੈ। ਜਦੋਂ ਕੋਈ ਇਸ ਤਰ੍ਹਾਂ ਦਾ ਹਮਲਾ ਹੁੰਦਾ ਕਿਸੇ ਵਿਅਕਤੀ 'ਤੇ, ਜਦੋਂ ਖਾਸ ਕਰਕੇ MLA ਵਿਧਾਇਕ VIP 'ਤੇ ਹਮਲਾ ਹੁੰਦਾ ਹੈ ਤਾਂ ਉਹਨੂੰ ਸਰਕਲ ਕਰ ਲਿਆ ਜਾਂਦਾ 4 ਚੁਫੇਰੋਂ, ਘੇਰਾਬੰਦੀ ਪਾ ਲੈਂਦੇ 4 ਚੁਫੇਰੇ ਪੁਲਿਸ, ਤਾਂ ਕਿ ਉਹਨਾਂ ਦੇ ਦੂਸਰੇ ਬੰਦੇ ਅੰਦਰ ਨਾ ਵੜ ਸਕਣ, ਉਹਨੂੰ ਫਿਜ਼ੀਕਲੀ ਟੱਚ ਨਾ ਕਰ ਸਕਣ। ਇਸ ਤਰ੍ਹਾਂ ਦਾ ਇੱਕ ਸਿਸਟਮ ਬਣਿਆ ਹੁੰਦਾ ਹੈ। ਇੱਥੇ ਜਿਹੜਾ ਆਪਣਾ ਕਮਾਂਡੋ ਟ੍ਰੇਨਿੰਗ ਫੋਰਸ ਹੈਗਾ ਆਪਣਾ ਇੱਥੇ ਬਹਾਦਰਗੜ੍ਹ, ਉੱਥੇ ਬਕਾਇਦਾ ਸਾਰੇ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ VIP ਨੂੰ ਪ੍ਰੋਟੈਕਟ ਕਿਵੇਂ ਕਰਨਾ ਹੈ, ਖਾਸ ਕਰਕੇ ਕਰਾਊਡ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਆ ਸਕਦੀ ਹੈ। ਉਹ ਕਿਉਂ ਨਹੀਂ ਹੋਇਆ, ਕਿੱਥੇ ਕਮੀ ਰਹੀ, ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ। ਜਦੋਂ ਆਉਣ ਵਾਲੇ ਦਿਨਾਂ 'ਚ ਜਾਂਚ ਹੋਏਗੀ ਉਹ ਤੋਂ ਪਤਾ ਲੱਗਿਆ ਕਿ ਕੀ ਪ੍ਰੋਵੋਕੇਸ਼ਨ ਸੀ, ਕਿਸ ਤਰ੍ਹਾਂ ਇੱਕੋਦਮ ਸਥਿਤੀ ਇਸ ਤਰ੍ਹਾਂ ਭੜਕੀ। ਜੇ ਇੰਨੀ ਪੁਲਿਸ ਉਹਦੇ ਹਾਜ਼ਰ ਸੀ, ਇਹਦਾ ਮਤਲਬ ਕਾਫੀ ਦੇਰ ਤੋਂ ਟਕਰਾਓ ਚੱਲ ਰਿਹਾ ਸੀ। ਜੇ ਉਹ ਤਾਂ ਮੈਨੂੰ ਲੱਗਦਾ
ਹੋਇਆ ਕਿ ਡੀਐਸਪੀ ਤਾਲੀਵਾਲ ਸਾਹਿਬ ਉਹ ਇਹ ਸੀਗਾ ਕਿ ਪਹਿਲਾਂ ਘੱਟ ਪੁਲਿਸ ਵਾਲੇ ਸੀਗੇ ਤੇ ਉਹਨੂੰ ਦੁਕਾਨ 'ਚ ਲੈ ਕੇ ਵੜ ਲਿਆ ਇੱਕ 'ਚ, ਤੇ ਉਸ ਤੋਂ ਬਾਅਦ ਜਦੋਂ ਲੱਗਿਆ ਕਿ ਬਾਹਰ ਪ੍ਰਦਰਸ਼ਨਕਾਰੀ ਵੱਧਦੇ ਜਾ ਰਹੇ ਨੇ, ਫਿਰ ਹੋਰ ਪੁਲਿਸ ਮਲਾਈ ਗਈ। ਜਦੋਂ ਵੱਧ ਪੁਲਿਸ ਆ ਗਈ ਫਿਰ ਉਹਨੂੰ ਦੁਕਾਨ 'ਚੋਂ ਕੱਢ ਕੇ ਲਿਜਾਣ ਦੀ ਕੋਸ਼ਿਸ਼ ਹੋਈ, ਜਦੋਂ ਫਿਰ ਦੁਬਾਰਾ ਕੱਪੜੇ ਫੜੇ, ਫਿਰ ਉਸ ਤੋਂ ਬਾਅਦ ਇੱਕ ਹੋਰ ਦੁਕਾਨ 'ਚ ਵੜ ਲਿਆ। ਸੋ ਕਿਤੇ ਨਾ ਕਿਤੇ ਬਹੁਤ ਅਣਗਹਿਲੀ ਹੋਈ ਹੈ, ਕਿਤੇ ਨਾ ਕਿਤੇ ਜ਼ਰੂਰ ਇਹ ਜਾਂਚ ਦਾ ਵਿਸ਼ਾ ਹੈਗਾ ਕਿ ਕਿਸ ਲੈਵਲ ਤੇ ਹੋਇਆ, ਕਿਉਂ ਹੋਇਆ ਸਾਰਾ ਕੁਝ ਇਸ ਤਰ੍ਹਾਂ। ਹਾਲਾਂਕਿ ਪੁਲਿਸ ਮੈਨੂੰ ਲੱਗਦਾ ਕਿ ਕਾਫੀ ਵੱਡੀ ਗਿਣਤੀ ਸੀ, ਕਿਉਂਕਿ ਮੈਂ ਲੱਗਦਾ ਕਿ ਉਹਦੇ ਐਸਪੀ ਰੈਂਕ ਦਾ ਬੰਦੇ ਸੀਗੇ। ਜਦੋਂ ਐਸਪੀ ਰੈਂਕ ਦਾ ਬੰਦਾ ਹੋਏਗਾ ਇਹਦਾ ਮਤਲਬ ਕਿ ਫੋਰਸ ਦੀ ਮੋਬਿਲਾਈਜੇਸ਼ਨ ਕਾਫੀ ਵੱਡੀ ਪੱਧਰ ਤੇ ਹੋਏਗੀ। ਸੋ ਇਹ ਸਾਰੀ ਕਿਤੇ ਨਾ ਕਿਤੇ ਜ਼ਰੂਰ ਕਮੀ ਰਹੀ ਹੈ ਤਾਂ ਕਿ ਐਡੀ ਵੱਡੀ ਘਟਨਾ ਵਾਪਰੀ। ਪਰ ਮਾੜੀ ਘਟਨਾ, ਚਲੋ ਆਪਾਂ ਇਹ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਹਦੇ ਨਾਲ ਟਕਰਾਓ ਵਧੇਗਾ। ਇਹ ਕਿਸਾਨ ਅੰਦੋਲਨ ਦੇ ਹਿੱਤ 'ਚ ਵੀ ਹੈ ਨਹੀਂ, ਇਹ ਕਿਸਾਨ ਅੰਦੋਲਨ ਦੇ ਵੀ ਹਿੱਤ 'ਚ ਨਹੀਂ ਹੈਗਾ, ਇਹ ਹਾਂ ਉਹਦੇ ਹਿੱਤ 'ਚ ਵੀ ਹੈ ਨਹੀਂ। ਇਸ ਤਰ੍ਹਾਂ ਟਕਰਾਓ ਹੁੰਦਾ, ਇਸ ਤਰ੍ਹਾਂ ਜਿਹੜੇ ਮੌਕਾ ਪ੍ਰਸਤ ਐਲੀਮੈਂਟ ਹੁੰਦੇ ਨੇ ਕਈ ਵਾਰੀ ਇਸ ਤਰ੍ਹਾਂ ਐਂਟਰ ਕਰ ਜਾਂਦੇ ਨੇ ਇਸ ਤਰ੍ਹਾਂ ਦੇ ਮਾਹੌਲ ਵਿੱਚ, ਉਹ ਖਰਾਬ ਕਰਦੇ ਨੇ, ਉਹ ਅੰਦੋਲਨ ਨੂੰ ਖਰਾਬ ਕਰਦੇ ਨੇ। ਜਿਵੇਂ ਕਿ ਤੁਸੀਂ 26 ਤਰੀਕ ਨੂੰ ਬੰਦ ਹੋਇਆ, ਉਸ ਦਿਨ ਵੀ ਕਈ ਥਾਵਾਂ 'ਤੇ ਇੰਨੀਆਂ ਘਟਨਾਵਾਂ ਵਾਪਰੀਆਂ ਨੇ। ਕਈ ਥਾਵਾਂ 'ਤੇ ਲੜਕੀਆਂ ਆ ਰਹੀਆਂ ਸੀ, ਉਹਨਾਂ ਨੂੰ ਲੰਘਣ ਦਿੱਤਾ ਗਿਆ। ਕਈ ਥਾਵਾਂ 'ਤੇ ਇੱਕ ਲੜਕੀ ਪ੍ਰੈਗਨੈਂਟ ਸੀਗੀ, ਸ਼ਾਇਦ ਉਹ ਪੀਜੀਆਈ ਦਿਖਾਉਣ ਆਉਣਾ ਚਾਹੁੰਦੀ ਸੀਗੀ, ਉਹਨੂੰ ਖੜੇ ਰੱਖਿਆ ਗਿਆ। ਮੈਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਇਹਦੇ ਲਈ ਜਿਹੜਾ ਡਿਸਿਪਲਿਨ ਹੈਗਾ, ਇਹਦੇ ਵਿੱਚ ਡਿਸਿਪਲਿਨ ਬਣਾਉਣਾ ਪਏਗਾ, ਇਹਦੇ ਵਿੱਚ ਸਾਰਾ ਕੁਝ ਕਰਨਾ ਪਏਗਾ। ਕਿਸਾਨਾਂ ਨੂੰ ਸੋਚਣਾ ਪਏਗਾ ਕਿ ਜਦੋਂ ਅਸੀਂ ਵੱਡੀ ਕਾਲ ਦਾ ਸੱਦਾ ਦੇਣਾ ਹੈ, ਕੋਈ ਬੰਦ ਦਾ ਸੱਦਾ ਦੇਣਾ ਹੈ, ਜਾਂ ਕੋਈ ਹੋਰ ਵੱਡੀ ਕੀ ਨਾ ਪ੍ਰੋਟੈਸਟ ਦਾ ਸੱਦਾ ਦੇਣਾ ਹੈ, ਉਦੋਂ ਅਸੀਂ ਬਿਉਂਤਬੰਦੀ ਪਹਿਲਾਂ ਕੀ ਕਰਨੀ ਹੈ, ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਲਾਉਣੀ ਹੈ, ਕਿਸ ਤਰ੍ਹਾਂ ਜਿਹੜੇ ਲੋਕਲ ਲੀਡਰ ਹੈ ਉਹਨਾਂ ਨੂੰ ਕਿਸ ਤਰ੍ਹਾਂ ਇੰਸਟਰਕਸ਼ਨਾਂ ਭੇਜਣੀਆਂ ਕਿ ਵੀ ਆਹ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਜੇ ਫਰਜ਼ ਕਰੋ ਕਿ ਕਿਸਾਨ ਲੀਡਰ ਕਹਿੰਦੇ ਕਿ ਜਿਹੜੀ ਐਮਰਜੈਂਸੀ ਕੇਸ ਨੂੰ ਜਾਣ ਦਿਓ ਤਾਂ ਜਾਣ ਦਿਓ। 26 ਤਰੀਕ ਨੂੰ ਹਾਲਾਂਕਿ ਸੜਕਾਂ ਤਕਰੀਬਨ ਸੁੰਨੀਆਂ ਸੀਗੀਆਂ, ਤਕਰੀਬਨ ਬੰਦ ਹੀ ਸੀ, ਪੰਜਾਬ ਦੇ ਸਾਰੇ ਬਾਜ਼ਾਰ ਬੰਦ ਸੀ, ਸੜਕਾਂ 'ਤੇ ਕੋਈ ਬਹੁਤੀ ਟ੍ਰੈਫਿਕ ਨਹੀਂ ਸੀ। ਪਰ ਜੇ ਕੋਈ ਬੰਦਾ ਆ ਰਿਹਾ ਸੀ ਤਾਂ ਐਮਰਜੈਂਸੀ 'ਚ ਹੀ ਆ ਰਿਹਾ ਹੋਊਗਾ, ਹਾਲਾਂਕਿ ਸਾਰੇ ਲੋਕਾਂ ਨੂੰ ਤਾਂ ਉਹਨੂੰ ਟਪਾ ਵੀ ਦੇਣਾ ਚਾਹੀਦਾ, ਕੀ ਫਰਕ ਨਹੀਂ ਪੈਂਦਾ ਕੋਈ। ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਜਾਬਤਾ ਰੱਖਣਾ ਚਾਹੀਦਾ। ਆਉਣ ਵਾਲੇ ਦਿਨਾਂ 'ਚ ਕਿਸਾਨਾਂ ਨੂੰ ਨਾ ਸਾਰਾ ਰਿਵਿਊ ਕਰਨਾ ਪਏਗਾ, ਇਹ ਸਾਰਾ ਕੁਝ ਦੇਖਣਾ ਪਏਗਾ, ਸਾਰਾ ਕੁਝ ਸੋਚਣਾ ਪਏਗਾ। ਮੀਡੀਆ ਨੂੰ ਕਿਵੇਂ ਟਰੀਟ ਕਰਨਾ ਹੈ, ਮੀਡੀਆ ਨਾਲ ਕਈ ਥਾਵਾਂ 'ਤੇ ਮੀਡੀਆ ਨਾਲ ਵੀ ਵਰਤਾਓ ਕਹਿੰਦੇ ਅੱਛਾ ਨਹੀਂ ਹੋਇਆ ਕੱਲ੍ਹ ਪਰਸੋਂ ਜਦੋਂ 26 ਵਾਲੇ ਦਿਨ, ਕਈ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਆ ਰਹੀਆਂ ਨੇ। ਤਾਂ ਮੀਡੀਆ ਇੱਕ ਬਹੁਤ ਵੱਡੀ ਧਿਰ ਸੀ ਜਿਹੜੀ ਕਿਸਾਨ ਅੰਦੋਲਨ ਉੱਠਿਆ ਜਾਂ ਖੜਾ ਹੋਇਆ, ਉਹਦੇ 'ਚ ਮੀਡੀਆ ਦਾ, ਖਾਸ ਕਰਕੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਰਿਹਾ ਹੈ। ਪਰ ਹਰੇਕ ਨੂੰ ਗੋਦੀ ਮੀਡੀਆ ਕਹਿ ਦੇਣਾ ਇਹ ਵੀ ਚੰਗੀ ਗੱਲ ਨਹੀਂ। ਬਹੁਤ ਸਾਰੇ ਬੰਦਿਆਂ ਨੇ ਉੱਥੇ 2-2 ਮਹੀਨੇ ਲਾ ਕੇ, 3-3 ਮਹੀਨੇ ਲਾ ਕੇ ਉੱਥੇ ਰਹੇ ਨੇ, ਉਹਨਾਂ ਨੇ ਬੜਾ ਪ੍ਰਚਾਰ ਕੀਤਾ ਹੈ, ਕਿਸਾਨਾਂ ਦੇ ਨਾਲ ਖੜੇ ਰਹੇ ਨੇ, ਕਿਸਾਨਾਂ ਦਾ ਜਿਹੜਾ ਸਾਰਾ ਅੰਦੋਲਨ ਉਹਨੂੰ ਬਿਲਡ ਕੀਤਾ ਉਹਨਾਂ ਨੇ। ਮਤਲਬ ਹਾਂ ਠੀਕ ਹੈ, ਕੁਛ ਬੰਦੇ ਜਿਹੜੇ ਗੋਦੀ ਮੀਡੀਆ ਗਲਤ ਹੋ ਸਕਦੇ ਨੇ, ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਵੀ ਸਮਝਾ ਬੁਝਾ ਕੇ ਕਹਿਣਾ ਚਾਹੀਦਾ ਕਿ ਸਾਡੀ ਪੁਆਇੰਟ ਆਹ ਵਿਊ ਪੁਆਇੰਟ ਹੈਗਾ, ਤੁਸੀਂ ਸਾਡਾ ਵਿਊ ਪੁਆਇੰਟ ਵੀ ਰੱਖੋ, ਤੁਸੀਂ ਆਪਣੀ ਗੱਲ ਜਿਹੜੀ ਕਹਿਣੀ ਕਹੋ। ਮਤਲਬ ਇਸ ਤਰ੍ਹਾਂ ਨਹੀਂ ਸਾਰੇ ਜਿਹੜਾ ਮੀਡੀਆ ਹੈਗਾ ਉਹਨੂੰ ਇਸ ਤਰ੍ਹਾਂ ਟਰੀਟ ਨਹੀਂ ਕਰਨਾ ਚਾਹੀਦਾ, ਕੰਟੈਂਪਟ ਨਹੀਂ ਹੋਣਾ ਚਾਹੀਦਾ, ਨਫ਼ਰਤ ਨਹੀਂ ਹੋਣੀ ਚਾਹੀਦੀ। ਇਹ ਸਾਰੀਆਂ ਗੱਲਾਂ ਕਿਸਾਨਾਂ ਨੂੰ ਹਰ ਰਿਵਿਊ ਕਰਨੀਆਂ ਚਾਹੀਦੀਆਂ ਨੇ। ਸਾਰੀ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਬਹਿ ਕੇ ਕਿ ਅਸੀਂ ਜਿਹੜੀ ਅਗਲੀ ਰੂਪ ਰੇਖਾ ਹੈਗੀ ਕਿਸਾਨ ਅੰਦੋਲਨ ਦੀ, ਉਹਨੂੰ ਕਿਵੇਂ ਬਿਉਂਤਣਾ ਹੈ, ਉਹਨੂੰ ਕਿਵੇਂ ਸਹੀ ਢੰਗ ਨਾਲ ਚਲਾਉਣਾ ਹੈ, ਕਿਵੇਂ ਡਿਸਿਪਲਿਨ ਮੇਨਟ ਰੱਖਣਾ ਹੈ, ਕਿਵੇਂ ਜਾਬਤਾ ਮੇਨਟ ਰੱਖਣਾ ਹੈ, ਕਿਵੇਂ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀ ਉੱਥੇ ਅਬੋਹਰ ਹੋਈ ਹੈ, ਇਸ ਤਰ੍ਹਾਂ ਦੀਆਂ ਘਟਨਾਵਾਂ ਮੁੜ ਕੇ ਨਾ ਵਾਪਰਨ, ਉਦੋਂ ਕਿਵੇਂ ਬਚਣਾ। ਮੈਂ ਤਾਲੀਵਾਲ ਸਾਹਿਬ ਇਸ ਮਸਲੇ 'ਤੇ ਵੀ ਆਊਂਗਾ ਕਿ ਉਹ ਰਿਵਿਊ ਲਈ ਅਗਲੇ ਕਿਹੜੇ ਪ੍ਰੋਗਰਾਮ ਲਿਖੇ ਜਾ ਰਹੇ ਨੇ, ਪਰ ਉਹ ਤੋਂ ਪਹਿਲਾਂ ਇਸੇ ਮਸਲੇ ਨੂੰ ਲੈ ਕੇ ਕਿ ਅਜਿਹੀ ਚਿੰਤਾ ਤਾਂ ਨਹੀਂ ਕੋਈ ਇਸ ਘਟਨਾਕ੍ਰਮ ਦੇ ਹਵਾਲੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਧਰਮ ਦੀ ਖੇਡ ਖੇਡਣ ਦੀ ਕੋਸ਼ਿਸ਼ ਕਰੇ, ਉਸ ਨੂੰ ਇਸ ਆਧਾਰ 'ਤੇ ਵੀ ਕਿ ਸਿੱਖ ਬਨਾਮ ਹਿੰਦੂ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰੇ। ਇੱਕ ਦੂਸਰਾ, ਜਿਹੜੀ ਬੀਜੇਪੀ ਘਰਾਂ 'ਚ ਬੈਠੀ ਸੀ ਉਸ ਨੂੰ ਬਾਹਰ ਕੱਢ ਕੇ ਟਕਰਾਅ ਲਈ ਕਿਹਾ ਜਾਵੇ ਕਿ ਜਾਣਬੁੱਝ ਕੇ ਕਿਸਾਨਾਂ ਟੱਕਰੋ, ਲੜੋ ਝਗੜੋ, ਪੰਗੇ ਹੋਣ, ਦੰਗੇ ਹੋਣ, ਝਗੜਾ ਹੋਵੇ, ਤਾਂ ਕਿ ਅਸੀਂ ਆਧਾਰ ਬਣਾਈਏ ਕਿ ਪੰਜਾਬ 'ਚ ਮਾਹੌਲ ਵਿਗੜ ਗਿਆ। ਇਹ ਦੋਵੇਂ ਘਟਨਾਕ੍ਰਮ ਤੁਸੀਂ ਕਿਉਂਕਿ ਬਹੁਤ ਪੁਰਾਣੇ ਕਿੰਨੇ ਹੀ ਅਜਿਹੇ ਅੰਦੋਲਨ ਦੇਖੇ ਨੇ, ਜੀਆਂ ਘਟਨਾਕ੍ਰਮ ਦੇਖੇ ਨੇ, ਅਜਿਹੇ ਸੰਘਰਸ਼ ਦੇਖੇ ਨੇ, ਤੁਹਾਡਾ ਤਜਰਬਾ ਕੀ ਕਹਿੰਦਾ ਕਿ ਸਰਕਾਰ ਕਿਸ ਤੋਂ ਤੱਕ ਦੀ ਸ਼ਰਾਰਤ ਕਰ ਸਕਦੀ ਹੈ? ਦੇਖੋ ਸਰ, ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹ ਸ਼ਰਾਰਤਾਂ, ਸਰਕਾਰ ਕੋਲ ਬੜਾ ਤੰਤਰ ਹੁੰਦਾ, ਉਹ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰ ਸਕਦੀ ਹੈ। ਇਹਦੇ ਵਿੱਚ ਕੋਈ ਹੈ ਨਹੀਂ, ਪਹਿਲਾਂ ਵੀ ਪੰਜਾਬ 'ਚ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਨੇ। ਪੰਜਾਬ ਜਿਹੜੀ ਪਿਛਲੇ ਵਾਰੀ ਅੱਗ ਲੱਗੀ ਸੀਗੀ, ਜਿਹੜੀ 80 'ਚ ਅੱਗ ਲੱਗੀ, ਉਹਦੇ 'ਚ ਸਰਕਾਰੀ ਏਜੰਸੀਆਂ ਦਾ, ਸਰਕਾਰੀ ਧਿਰਾਂ ਦਾ ਬਹੁਤ ਵੱਡਾ ਰੋਲ ਸੀ। ਉਹ ਗੱਲਾਂ ਨੂੰ ਕਿਵੇਂ ਫੈਲਾਇਆ ਗਿਆ, ਵਧਾਇਆ ਗਿਆ, ਕਿਵੇਂ ਕਨਫਰੰਟੇਸ਼ਨ, ਟਕਰਾਓ ਪੈਦਾ ਕੀਤਾ ਗਿਆ, ਇਸ ਤਰ੍ਹਾਂ ਦੀ ਸਥਿਤੀ ਹੋ ਸਕਦੀ ਹੈ। ਪਰ ਹਾਲ ਦੀ ਘੜੀ ਪੰਜਾਬ ਵਿੱਚ ਭਾਜਪਾ ਇੰਨੀ ਤਕੜੀ ਪਾਰਟੀ ਨਹੀਂ ਹੈਗੀ, ਇੰਨੀ ਮਜ਼ਬੂਤ ਧਿਰ ਨਹੀਂ ਹੈਗੀ ਕਿ ਉਹ ਕਿਸੇ ਕਿਸਮ ਦੀ ਕਨਫਰੰਟੇਸ਼ਨ ਵਿੱਚ ਕਿਸਾਨਾਂ ਨਾਲ ਆ ਸਕੇ। ਮੇਰਾ ਖਿਆਲ ਹੈ ਕਿ ਭਾਜਪਾ ਇਸ ਗੱਲ ਨੂੰ ਅਵਾਇਡ ਕਰੇਗੀ। ਹਾਲਾਂਕਿ ਹਰਿਆਣੇ 'ਚ ਰੂਲਿੰਗ ਪਾਰਟੀ ਹੈ, ਪਰ ਹਰਿਆਣੇ ਦੇ ਮੁੱਖ ਮੰਤਰੀ ਨੇ ਜਦੋਂ ਦੇਖਿਆ ਕਿ ਮੇਰਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਉਸ ਤੋਂ ਬਾਅਦ ਉਹਨਾਂ ਨੇ ਇੱਕ ਜਾਬਤਾ ਵਰਤਿਆ, ਉਹ ਠੰਡ ਵਰਤੀ ਹੈ। ਉਹਨਾਂ ਨੇ ਟਕਰਾਓ 'ਚ ਕਿਤੇ ਪੈਣ ਦੀ ਕੋਸ਼ਿਸ਼ ਨਹੀਂ ਕੀਤੀ, ਕਦੇ ਵੀ ਨਹੀਂ ਕੀਤੀ ਉਹਨਾਂ ਨੇ। ਉਹਨਾਂ ਨੇ ਆਪਣੇ ਜਿਹੜੇ ਫੰਕਸ਼ਨ ਸੀ ਜਾਂ ਹੋਰ ਸੀ ਉਹ ਵਿਡਰਾ ਕਰ ਲਏ, ਮਤਲਬ ਉਹ ਜਾਂਦੇ ਨਹੀਂ ਹੈਗੇ ਬਾਹਰ, ਬਹੁਤ ਘਟਾ ਤੇ ਉਹਨਾਂ ਨੇ ਸਾਰਾ ਕੁਛ। ਉਹਨਾਂ ਨੇ ਇੱਕ ਸੋਚੀ ਸਮਝੀ, ਮਤਲਬ ਇੱਕ ਵਿਉਂਤ ਬਣਾਈ, ਸਕੀਮ ਬਣਾਈ ਕਿ ਸਾਡੀ ਸਰਕਾਰ ਹੈ, ਜੇ ਅਸੀਂ ਟਕਰਾਓ 'ਚ ਪਾਵਾਂਗੇ ਗੱਲ ਵਧੇਗੀ ਤਾਂ ਸਰਕਾਰ 'ਤੇ ਵੀ ਆਂਚ ਆਏਗੀ, ਹੈ ਨਾ। ਸੋ ਇਸ ਤਰ੍ਹਾਂ ਪੰਜਾਬ 'ਚ ਭਾਜਪਾ ਨੂੰ ਵੀ ਸੋਚਣਾ ਚਾਹੀਦਾ। ਮੇਰਾ ਖਿਆਲ ਹੈ ਕਿ ਭਾਜਪਾ ਨੂੰ
ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਹਨਾਂ ਨੂੰ ਕਹਿਣਾ ਚਾਹੀਦਾ ਵੀ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ, ਸਾਨੂੰ ਦੱਸੋ ਅਸੀਂ ਤੁਹਾਡਾ ਕੀ ਵਿਊ ਪੁਆਇੰਟ ਹੈ। ਅਸੀਂ ਸਰਕਾਰ ਕੋਲ ਲੈ ਕੇ ਜਾਈਏ, ਭਾਵੇਂ ਮੋਦੀ ਸਾਹਿਬ ਕੋਲ ਲੈ ਕੇ ਜਾਣ, ਭਾਵੇਂ JP ਨੱਡਾ ਕੋਲ ਲੈ ਕੇ ਜਾਣ, ਭਾਵੇਂ ਰਾਜਨਾਥ ਕੋਲ ਲੈ ਕੇ ਜਾਣ, ਦੂਸਰੇ ਲੀਡਰਾਂ ਕੋਲ ਜਾਣ। ਹਲੇ ਭਾਜਪਾ ਪੰਜਾਬ 'ਚ ਟਕਰਾਓ ਦੀ ਸਥਿਤੀ 'ਚ ਪੈਦਾ ਨਹੀਂ ਹੋ ਸਕਦਾ। ਹਾਂ, ਕੁਝ ਸ਼ਰਾਰਤੀ ਬੰਦੇ ਗੱਲ ਕਰ ਸਕਦੇ ਨੇ, ਕਰ ਸਕਦੇ, ਇਸ ਤਰ੍ਹਾਂ ਦਾ ਹੋ ਸਕਦਾ ਟਕਰਾਓ ਬਸ ਆਉਣ ਵਾਲੇ ਦਿਨ 'ਚ ਹੋ ਸਕਦਾ ਹੈ, ਜਿਵੇਂ ਕਿ ਅੱਜ ਉਹਨਾਂ ਨੇ ਮੇਰਾ ਧਰਨਾ ਮਾਰਿਆ ਸੀਗਾ। ਅੱਜ ਚੰਡੀਗੜ੍ਹ ਦੇ ਵਿੱਚ ਨੰਗੇ ਧੜ ਹੋ ਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਗਵਰਨਰ ਨੂੰ ਵੀ ਮਿਲੇ ਨੇ। ਮੈਂ ਇਹੀ ਜਾਣਨਾ ਚਾਹੁੰਦਾ ਕਿ ਕੀ ਬਾਇਆ ਗਵਰਨਰ ਜਿਹੜੀ ਕੰਪਲੇਂਟ ਜਾਊਗੀ ਉਹ ਕਿੰਨੀ ਕੁ ਕੈਪਟਨ ਲਈ, ਕਿੰਨੀ ਕੁ ਪੰਜਾਬ ਲਈ ਫਿਕਰਦਾਇਕ ਹੋ ਸਕਦੀ ਹੈ? ਦੇਖੋ, ਕੈਪਟਨ ਸਰਕਾਰ ਤੇ ਦਬਾਅ ਵੱਧ ਸਕਦਾ ਹੈ, ਕੇਂਦਰ ਸਰਕਾਰ ਦਾ, ਕਿ ਸਾਡਾ ਬੰਦਾ ਕੁੱਟਿਆ ਗਿਆ, ਸਾਡਾ ਵਿਧਾਇਕ ਕੁੱਟਿਆ ਗਿਆ। ਜੇ ਅਸੀਂ ਆਪਣੇ ਵਿਧਾਇਕ ਨੂੰ ਨਹੀਂ ਪੰਜਾਬ 'ਚ ਬਚਾ ਸਕਦੇ ਤਾਂ ਆਉਣ ਵਾਲੇ ਦਿਨ ਸਮੇਂ 'ਚ ਇਲੈਕਸ਼ਨਾਂ ਹੋਣੀਆਂ, ਚੋਣਾਂ ਹੋਣੀਆਂ, ਚੋਣਾਂ 'ਚ ਫਿਰ ਕਿਵੇਂ ਉਤਰਾਂਗੇ। ਸੋ ਇਸ ਕਰਕੇ ਇਹ ਗੱਲ ਹੋ ਸਕਦੀ ਹੈ, ਕੈਪਟਨ ਸਰਕਾਰ ਤੇ ਵੀ ਦਬਾਅ ਵੱਧ ਸਕਦਾ ਹੈ ਸਾਰੀ ਗੱਲ ਦਾ। ਪਰ ਹਾਲੇ ਮੈਨੂੰ ਲੱਗਦਾ ਕਿ ਭਾਜਪਾ ਇੰਨੀ ਮਜ਼ਬੂਤ ਪੰਜਾਬ 'ਚ ਪਾਰਟੀ ਨਹੀਂ ਕਿ ਜੋ ਸਿੱਧੀ ਕਿਸਾਨਾਂ ਨਾਲ ਟਕਰਾਓ ਚਾਹ ਜੇ, ਜਾਂ ਪੰਜਾਬ 'ਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਵੇ ਜਿਹਦੇ ਨਾਲ ਲੱਗੇ ਕਿ ਦੋਨਾਂ ਧਿਰਾਂ ਵਿੱਚ ਆਪਸ 'ਚ ਟਕਰਾਅ ਵਧੇ। ਕੈਪਟਨ ਅਮਰਿੰਦਰ ਨੇ ਵੀ ਇਸ ਘਟਨਾ ਤੇ ਦੁੱਖ ਜ਼ਾਹਰ ਕਰਤਾ, ਜਾਖੜ ਵੀ ਬੋਲ ਪਏ, ਸੁਖਬੀਰ ਵੀ ਬੋਲ ਪਏ। ਸੋ ਕੀ ਇਹ ਨਹੀਂਗਾ ਕਿ ਇਸ ਮਸਲੇ ਨੂੰ ਇਸ ਨਜ਼ਰੀਏ ਤੋਂ ਸਮਝਣ ਦੀ ਲੋੜ ਹੈ ਕਿ 4 ਮਹੀਨੇ ਤੋਂ ਬੈਠੇ ਨੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਉਹਨਾਂ ਦੇ ਪਰਿਵਾਰਾਂ ਦਾ ਕੋਈ ਦੁੱਖ ਨਹੀਂ। ਜਿਹੜੇ 300 ਤੋਂ ਵੱਧ ਵਿਅਕਤੀ ਜਾਨ ਗਵਾ ਕੇ ਗਏ, ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੋਈ ਨਹੀਂ ਆ ਰਿਹਾ ਤੇ ਕਰੋਨਾ ਦੇ ਨਾਂ ਤੇ ਡੰਡੇ ਮਾਰ ਕੇ ਲੋਕਾਂ ਨੂੰ ਸ਼ਰਧਾਂਜਲੀ ਦਵਾਈ ਗਈ। ਸੋ ਇਹ ਜਿਹੜਾ ਨਜ਼ਰੀਆ ਉਹ ਸਾਰੀਆਂ ਰਾਜਨੀਤਿਕ ਪਾਰਟੀਆਂ ਪ੍ਰਤੀ ਰੋਸਾ ਹੋਰ ਨਹੀਂ ਵਧੇਗਾ ਇਸ ਘਟਨਾਕ੍ਰਮਾਂ ਨਾਲ? ਵਧੇਗਾ, ਬਿਲਕੁਲ ਆਲਰੇਡੀ ਵਧਿਆ ਹੋਇਆ। ਪੰਜਾਬ ਵਿੱਚ ਇਸ ਵੇਲੇ ਕਿਸੇ ਵੀ ਰਾਜਸੀ ਪਾਰਟੀ ਦੇ ਕਿਸਾਨੀ ਵਿੱਚ ਪੈਰ ਨਹੀਂ ਲੱਗ ਰਹੇ। ਨਹੀਂ, ਪਰ ਕੈਪਟਨ ਦਾ ਲੱਗ ਰਿਹਾ ਪਰ ਬਟੇਰ ਮੇਰੇ ਪੈਰ ਥੱਲੇ। ਨਹੀਂ, ਉਹ ਭਾਵੇਂ ਦੀ ਉਹ ਕਹਿ ਰਹੇ ਹੋਣ, ਪਰ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਨਾ ਕਿ ਜਦੋਂ ਗੱਲਬਾਤ, ਹਾਲੇ ਤਾਂ ਕਿਸਾਨੀ ਉਧਰ ਅੰਦੋਲਨ 'ਚ ਬਿਜ਼ੀ ਹੈਗੇ ਨੇ, ਜਦੋਂ ਸਾਹਮਣੇ ਸਾਰੀਆਂ ਗੱਲਾਂ ਪੋਲੀਟੀਕਲ ਮੈਦਾਨ 'ਚ ਆਉਣਗੇ, ਮੈਦਾਨ 'ਚ ਸਾਰਾ ਕੁਝ ਹੋਏਗਾ, ਸਾਰਾ ਕੁਝ ਚੱਲੇਗਾ, ਉਸ ਤੋਂ ਬਾਅਦ ਪਤਾ ਲੱਗਿਆ ਵੀ ਕਿਹੜੀ ਪਾਰਟੀ 'ਚ ਕਿੰਨਾ ਕੁ ਪਾਣੀ ਵਿੱਚ ਹੈਗੀ। ਹਾਲੇ ਤਾਂ ਐਵੇਂ ਸਾਰਾ ਕੁਝ ਹਰਾ ਹਰਾ ਨਜ਼ਰ ਆ ਰਿਹਾ ਨਾ, ਪਰ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਿਓ ਕਿ ਜਦੋਂ ਕਿਸਾਨ ਵਾਪਸ ਆਉਣਗੇ, ਜਦੋਂ ਇੱਥੇ ਕਿਸਾਨ ਨਹੀਂ ਹੋ ਸਕਦਾ, ਜੇ ਕੱਲ੍ਹ ਨੂੰ ਪੋਲੀਟੀਕਲ ਪਾਰਟੀ ਬਣਾ ਲੈਂਦੇ ਕਿਸਾਨ, ਤਾਂ ਕੀ ਸਥਿਤੀ ਹੋਏਗੀ ਪੰਜਾਬ ਵਿੱਚ, ਉਹ ਵੱਖਰੀ ਕਿਸਮ ਦੀ ਸਥਿਤੀ ਹੋਏਗੀ। ਇਸ ਵੇਲੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਮੇਰਾ ਖਿਆਲ ਹੈ ਕਿ ਪੰਜਾਬ ਵਿੱਚ ਖਾਸ ਕਰਕੇ ਪੇਂਡੂ ਹਲਕਿਆਂ ਵਿੱਚ ਕੋਈ ਬਹੁਤ ਵੱਡਾ ਆਧਾਰ ਮੈਨੂੰ ਨਜ਼ਰ ਨਹੀਂ ਆ ਰਿਹਾ। ਸਾਹਿਬ, ਤੁਸੀਂ ਵਿਸ਼ਾ ਛੇੜੇ ਲਿਆ ਕਿ ਜੇ ਕਿਸਾਨ ਜਥੇਬੰਦੀਆਂ ਨਵੀਂ ਪਾਰਟੀ ਬਣਾਉਂਦੀਆਂ, ਮੈਂ ਜਾਣਾ ਤਾਂ ਉਸ ਸਵਾਲ ਤੇ ਚਾਹੁੰਦਾ ਸੀਗਾ ਕਿ ਅਗਲੀ ਰਣਨੀਤੀ ਲਈ ਕਿਸਾਨ ਜਥੇਬੰਦੀਆਂ ਕੀ, ਪਰ ਮੈਂ ਬ੍ਰੇਕ ਤੋਂ ਬਾਅਦ ਉਹ ਸਵਾਲ ਲੈਣਾ। ਪਰ ਮੈਂ ਇਹ ਸਵਾਲ ਹੀ ਲੈਣਾ ਚਾਹੁੰਦਾ ਕਿ ਜੇਕਰ ਜਥੇਬੰਦੀਆਂ ਪਾਰਟੀ ਬਣਾਉਣ ਦੀ ਕੋਈ ਸੋਚ ਰਹੀ, ਜਦੋਂ ਕਿ ਜਥੇਬੰਦੀਆਂ ਵੱਲੋਂ ਮੈਂ ਰਾਜੇ ਵਾਲਾ ਉਹਨਾਂ ਦਾ ਭਾਸ਼ਣ ਸੁਣਿਆ ਸੀ, ਉਹਨਾਂ ਨੇ ਹਾਲ ਹੀ 'ਚ ਵੀ ਕਿਹਾ ਕਿ ਜਿਹਨੇ ਰਾਜਨੀਤੀ ਕਰਨੀ ਆ ਉਹ ਕਿਸਾਨ ਅੰਦੋਲਨ 'ਚੋਂ ਬਾਹਰ ਆ ਜਾਵੇ, ਫਿਰ ਅਸੀਂ ਰਾਜਨੀਤੀ ਕਰਨਾ ਹੀ ਹੈ, ਅਸੀਂ ਲੀਡਰ ਬਣਨਾ ਹੀ ਹੈ। ਪਰ ਮੈਂ ਕਹਿੰਦਾ ਬਾਅਦ 'ਚੋਂ ਮਾਹੌਲ ਅਜਿਹਾ ਬਣ ਜਾਵੇ ਜਦੋਂ ਅੰਦੋਲਨ ਜਿੱਤ ਕੇ ਮੁੜੇ ਸਿਖਰ 'ਤੇ ਆਵੇ, ਕਾਨੂੰਨ ਵਾਪਸ ਕਰਾ ਕੇ ਆਉਣ ਦਾ, ਹੋ ਸਕਦਾ ਕਿ ਪੰਜਾਬ ਕਹੇ, ਲੋਕ ਕਹਿਣ ਕਿ ਨਹੀਂ ਤੁਸੀਂ ਚੋਣ ਲੜੋ। ਮੰਨ ਲਓ ਕਿ ਰਾਜਨੀਤੀ ਪਾਰਟੀ ਬਣ ਜਾਂਦੇ, ਕੋਈ ਚਿਹਰੇ ਸਾਹਮਣੇ ਆ ਜਾਂਦੇ ਨੇ ਕਿ ਨਵਜੋਤ ਸਿੱਧੂ ਵੀ ਇਹਦਾ ਇੰਤਜ਼ਾਰ ਕਰ ਰਹੇ ਨੇ ਕਿ ਕਿਸਾਨ ਅੰਦੋਲਨ 'ਚ ਕੋਈ ਪਾਰਟੀ ਬਣੇ ਅਤੇ ਮੈਂ ਉੱਧਰ ਨੂੰ ਜਾਵਾਂ, ਜਾਂ ਕੇਜਰੀਵਾਲ ਦਾ ਵੀ ਨਾਪ ਤੋਲ ਕਰ ਰਹੇ ਨੇ ਕੁਛ, ਕਿਉਂਕਿ ਇੱਧਰ ਕੈਪਟਨ ਵੱਲੋਂ ਤਾਂ ਲਗਭਗ ਝੰਡੀ ਹੋ ਹੈ ਕਿ ਉਹੀ ਬਿਜਲੀ ਵਿਭਾਗ ਲੈਣਾ ਤਾਂ ਆ ਜਾ, ਮੈਂ ਪੰਜਾਬ ਦੀ ਪ੍ਰਧਾਨਗੀ ਨਹੀਂ ਦੇਣੀ, ਮੈਂ ਉਪ ਮੁੱਖ ਮੰਤਰੀ ਦਾ ਅਹੁਦਾ ਨਹੀਂ ਦੇਣਾ। ਕਿ ਸਿੱਧੂ ਵੀ ਕੋਈ ਨਵੀਂ ਪਾਰਟੀ ਵੱਲ ਦੇਖ ਰਹੇ ਨੇ, ਕਿ ਉਹਦੇ ਵਿੱਚ ਕਿਤੇ ਨਾ ਕਿਤੇ ਪ੍ਰਗਟ ਸਿੰਘ ਦੀ ਕੋਈ ਭੂਮਿਕਾ ਵੀ ਚਰਚਾ 'ਚ ਹੈ? ਦੇਖੋ, ਆਉਣ ਵਾਲੇ 3-4 ਮਹੀਨੇ ਜਿਹੜੇ ਹੈਗੇ ਨੇ ਉਹ ਪੰਜਾਬ ਵਾਸਤੇ ਬਹੁਤ ਇੰਪੋਰਟੈਂਟ ਨੇ, ਬਹੁਤ ਮਹੱਤਵਪੂਰਨ ਨੇ। ਬਿਲਕੁਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ, ਇੱਕ ਨਵੀਂ ਕਤਾਰਬੰਦੀ ਪੰਜਾਬ ਵਿੱਚ ਹੋ ਸਕਦੀ ਹੈ, ਨਵੀਂ ਪੋਲੀਟੀਕਲ ਪਾਰਟੀ ਬਣ ਸਕਦੀ ਹੈ, ਉਹਦਾ ਸਕੋਪ ਵੀ ਹੈ, ਲੋਕਾਂ ਦਾ ਮੂਡ ਵੀ ਹੈ। ਲੋਕ ਟਰੈਡੀਸ਼ਨਲ ਪਾਰਟੀਆਂ ਜਿਹੜੀਆਂ ਹੈਗੀਆਂ ਨੇ, ਪੁਰਾਣੀਆਂ ਪਾਰਟੀਆਂ ਤੋਂ ਬਹੁਤ ਤੰਗ ਵੀ ਨੇ, ਉਹਨਾਂ ਤੋਂ ਪਰੇਸ਼ਾਨ ਵੀ ਨੇ, ਉਹਨਾਂ ਦਾ ਕਿਸੇ 'ਤੇ ਵਿਸ਼ਵਾਸ ਵੀ ਹੈ ਨਹੀਂ। ਉਹ ਕਹਿੰਦੇ ਵੀ ਅਸੀਂ ਸਾਰਿਆਂ ਨੂੰ ਪਰਖ ਕੇ ਦੇਖ ਲਿਆ, ਕਿਸੇ ਨੇ ਕੁਛ ਨਹੀਂ ਕੀਤਾ, ਸਾਡੇ ਬੱਚੇ ਬਾਹਰ ਜਾ ਰਹੇ ਨੇ, ਸਾਡੇ ਪੰਜਾਬ ਦੀ ਇਕਨੋਮੀ ਦਾ ਬਹੁਤ ਬੁਰਾ ਹਾਲ ਹੈ, ਅਸੀਂ ਨਵੇਂ ਤੋਂ ਨਵੀਂ ਹਰ ਮਹੀਨੇ ਕੋਈ ਨਾ ਕੋਈ ਨਵੀਂ ਵਿਪਤਾ 'ਚ ਲੋਕ ਫਸਦੇ ਹੈਗੇ ਨੇ। ਸੋ ਇਸ ਕਰਕੇ ਲੋਕਾਂ ਦਾ ਮੂਡ ਪੂਰਾ ਹੈਗਾ ਕਿ ਸਾਡੇ ਕੋਈ ਇਸ ਤਰ੍ਹਾਂ ਦੀ ਤਬਦੀਲੀ ਆਉਣੀ ਚਾਹੀਦੀ ਹੈ ਜਿਹੜਾ ਕਿ ਪੰਜਾਬ ਦੁਬਾਰਾ ਖੜਾ ਹੋ ਸਕੇ, ਅੱਛੇ ਲੋਕ ਸਾਹਮਣੇ ਆਉਣ ਜਿਹੜੇ ਕਿ ਆਪਣੇ ਘਰ ਭਰਨ ਦੀ ਬਜਾਏ ਪੰਜਾਬ ਦਾ ਕੁਛ ਕਰਨ। ਇਸ ਵੇਲੇ ਜਿਹੜੀ ਅਸੀਂ 30-40 ਸਾਲ ਤੋਂ ਲੀਡਰਸ਼ਿਪ ਦੇਖ ਰਹੇ ਹਾਂ, ਜਿਹੜੀਆਂ ਪੋਲੀਟੀਕਲ ਪਾਰਟੀਆਂ ਆਉਂਦੀਆਂ, ਉਹਦੇ ਵਿੱਚੋਂ ਜੇ ਸਾਰੇ ਨਹੀਂ ਤਾਂ ਘੱਟੋ ਘੱਟ 60-70% ਇਹੋ ਜਿਹੇ ਪੋਲੀਟੀਕਲ ਬੰਦੇ ਹੁੰਦੇ ਨੇ ਜਿਹੜੇ ਆਪਣੇ ਘਰਾਂ ਪ੍ਰਤੀ, ਆਪਣੇ ਪਰਿਵਾਰਾਂ ਪ੍ਰਤੀ, ਆਪਣੇ ਬੱਚਿਆਂ ਪ੍ਰਤੀ ਜਾਂ ਆਪਣੇ ਆਲੇ ਦੁਆਲੇ ਪ੍ਰਤੀ ਸੋਚਦੇ ਨੇ। ਪੰਜਾਬ ਬਾਰੇ ਬਹੁਤ ਘੱਟ ਸੋਚਦੇ ਨੇ, ਆਪਣੇ ਘਰ ਭਰਨ ਬਾਰੇ ਸੋਚਦੇ ਨੇ। ਸੋ ਲੋਕ ਇਸ ਗੱਲ ਤੋਂ ਬਹੁਤ ਤੰਗ ਨੇ, ਪਰੇਸ਼ਾਨ ਨੇ। ਜੇ ਤੁਸੀਂ ਰਾਜੇਵਾਲ ਸਾਹਿਬ ਦੀ ਗੱਲ ਕਹੀ ਹੈ, ਰਾਜੇਵਾਲ ਸਾਹਿਬ ਕਹਿੰਦੇ ਨੇ ਹਮੇਸ਼ਾ ਕਿ ਕਿਸਾਨ ਅੰਦੋਲਨ ਹੈ, ਕਿਸਾਨ ਹਲੇ ਅਸੀਂ ਰਾਜਨੀਤੀ ਨਾਲ ਸੰਬੰਧ ਨਹੀਂ, ਪਰ ਇਸ ਅੰਦੋਲਨ ਨੇ ਬਹੁਤ ਕੁਝ ਸਾਫ਼ ਵੀ ਕਰਨਾ ਹੈ। ਇਹ ਉਹਨਾਂ ਦਾ ਸ਼ਬਦ ਹੁੰਦਾ, ਇੱਕ ਲਾਈਨ ਹੁੰਦੀ ਹੈ, ਉਹ ਸਾਫ਼ ਕੀ ਕਰਨਾ ਹੈ। ਇਹਦਾ ਮਤਲਬ ਜੋ ਪੰਜਾਬ 'ਚ ਗੰਦ ਪਿਆ ਹੋਇਆ ਹੈ, ਪੰਜਾਬ ਜਿਹੜੀ ਕਰਪਸ਼ਨ ਹੈ, ਰਿਸ਼ਵਤਖੋਰੀ ਹੈ, ਪੰਜਾਬ ਜਿਹੜੀ ਪੋਲੀਟੀਕਲ ਬੰਦਿਆਂ ਨੇ ਕਹਿੰਦੇ ਆਪਣੇ ਘਰ ਭਰੇ ਨੇ,
ਇਹਦਾ ਮਤਲਬ ਉਹਨਾਂ ਦਾ ਇਸ਼ਾਰਾ ਇਸ ਗੱਲ ਵਾਲੀ ਹੈ ਨਾ, ਕਿਤੇ ਨਾ ਕਿਤੇ ਉਹ ਇਸ਼ਾਰਾ ਜ਼ਰੂਰ ਕਰਦੇ ਨੇ। ਹਾਲਾਂਕਿ ਉਹ ਸਿੱਧੀ ਰਾਜਨੀਤੀ ਬਾਰੇ ਕਦੇ ਨਹੀਂ ਕਹਿੰਦੇ ਕਿ ਮੈਂ ਰਾਜਨੀਤੀ ਕੋਈ ਟਿੱਪਣੀ ਨਹੀਂ ਕਰਦੇ। ਇਸ ਤਰ੍ਹਾਂ ਹੋਰ ਪੋਲੀਟੀਕਲ ਪਾਰਟੀਆਂ 'ਤੇ ਵੀ ਬਹੁਤ ਜ਼ਿਆਦਾ ਜ਼ੋਰ ਹੈਗਾ, ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਕਿ ਤੁਸੀਂ ਇੱਕ ਰਾਜਨੀਤਿਕ ਪਾਰਟੀ ਬਣਾਓ। ਜੇ ਤੁਸੀਂ ਉੱਥੇ ਲੜਾਈ ਲੜ ਰਹੇ ਹੋ, ਪੰਜਾਬ 'ਚ ਵੀ ਲੜਾਈ ਲੜਨ ਵਾਲੀ ਹੈ। ਪੰਜਾਬ ਵਿੱਚ ਉਹਨਾਂ ਲੋਕਾਂ ਤੋਂ ਖੜਾ ਛਡਾਉਣ ਦੀ ਲੋੜ ਹੈ ਜਿਹੜੇ ਲੁੱਟ ਖਸੁੱਟ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਨੇ, ਪੰਜਾਬ ਦੀ ਸੇਵਾ ਵਿੱਚ ਘੱਟ ਵਿਸ਼ਵਾਸ ਰੱਖਦੇ ਨੇ। ਪਰ ਸਿੱਧੂ ਨੂੰ ਲੈ ਕੇ ਤੇ ਪ੍ਰਗਟ ਸਿੰਘ ਨੂੰ ਲੈ ਕੇ ਬਹੁਤ ਚਰਚਾ ਕਿ ਉਹ ਜਾ ਸਕਦੇ ਨੇ ਕਿਸੇ ਇਸ ਤਰ੍ਹਾਂ, ਜੇਕਰ ਨਵਾਂ ਕੀ ਉਹ ਚਿਹਰਾ ਬਣ ਸਕਦੇ ਨੇ ਤਾਂ? ਬਿਲਕੁਲ, ਦੇਖੋ ਸਿੱਧੂ ਸਾਹਿਬ ਦੇ ਕੈਰੀਅਰ ਤੇ ਤਕਰੀਬਨ ਮੈਂ ਇਸ ਵੇਲੇ ਫੁੱਲ ਸਟਾਪ ਲੱਗਿਆ ਹੋਇਆ ਪੂਰੀ ਤਰ੍ਹਾਂ। ਪਹਿਲੇ 2 ਸਾਲ ਤੋਂ ਫੁੱਲ ਸਟਾਪ ਹੀ ਹੈਗਾ, ਹੈ ਨਾ। ਜੇ ਫਰਕ ਕਰੋ ਹੁਣ ਉਹ ਮੰਤਰੀ ਬਣ ਵੀ ਜਾਂਦੇ, ਕੀ ਸਵਾਰਨਗੇ ਪੰਜਾਬ ਦਾ? ਲੋਕ ਕੀ ਕਹਿਣਗੇ ਵੀ ਜੇ ਮੰਤਰੀ ਬਣਨਾ ਸੀ ਫਿਰ 2 ਸਾਲ ਪਹਿਲਾਂ ਹੀ ਬਣ ਜਾਂਦੇ। ਹਾਂ, ਤੇ ਮੁੱਖ ਮੰਤਰੀ ਸਾਹਿਬ ਨੇ ਤਾਂ ਸਿੱਧਾ ਇਸ਼ਾਰਾ ਕਰਤਾ ਕਿ ਭਾਈ ਉਹਦਾ ਮਹਿਕਮਾ ਖਾਲੀ ਪਿਆ, ਮੈਂ ਕਿਸੇ ਨੂੰ ਦਿੱਤਾ ਨਹੀਂ, ਤੇ ਜੇ ਉਹ ਸਾਹਮਣੇ ਆ ਕੇ ਸਾਹਮਣੇ ਰਹੂਗਾ ਉਹਨਾਂ ਨੂੰ ਫੈਸਲਾ ਲੈਣਾ ਚਾਹੀਦਾ। ਲੇਟ ਹੋ ਰਹੇ ਨੇ, ਇਹ ਵੀ ਉਹਨਾਂ ਨੇ ਕਿਹਾ ਨਾ ਕਿ ਲੇਟ ਹੋ ਰਹੇ ਨੇ। ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਇਸ ਵੇਲੇ ਕਾਂਗਰਸ ਵਿੱਚ ਉਹਨਾਂ 'ਤੇ ਤਕਰੀਬਨ ਫੁੱਲ ਸਟਾਪ ਲੱਗਿਆ, ਕਿਉਂਕਿ ਸਿੱਧੂ ਸਾਹਿਬ ਨੇ ਬੇਲੀ ਮਹਿਕਮਾ ਲੈਂਦੇ ਨੇ, ਫਿਰ ਤਾਂ 2 ਸਾਲ ਪਹਿਲੇ ਲੈਣਾ ਚਾਹੀਦਾ ਸੀਗਾ। ਇਸ ਕਰਕੇ ਉਹ 'ਤੇ ਮੰਨਣਾ ਸੀ। ਜਿਹੜਾ ਡਿਪਟੀ ਮੁੱਖ ਮੰਤਰੀ ਵਾਲੀ ਗੱਲ ਹੈ ਉਹ ਵੀ ਮੇਰਾ ਖਿਆਲ ਫੁੱਲ ਸਟਾਪ ਲੱਗਿਆ ਹੋਇਆ। ਜਿਹੜਾ ਪ੍ਰਧਾਨਗੀ ਵਾਲੀ ਗੱਲ ਹੈ ਉਹਦੇ ਵੀ ਫੁੱਲ ਸਟਾਪ ਲੱਗਿਆ। ਇਸ ਵੇਲੇ ਅਮਰਿੰਦਰ ਸਿੰਘ ਕਾਂਗਰਸ ਵਿੱਚ ਬਹੁਤ ਤਕੜੇ ਨੇ, ਉਹਨਾਂ ਦੇ ਬਰਾਬਰ ਉਹਨਾਂ ਦਾ ਕੋਈ ਮੈਚ ਨਹੀਂ ਹੈਗਾ, ਉਹਨਾਂ ਦੇ ਬਰਾਬਰ ਦਾ ਕੋਈ ਇਸ ਵੇਲੇ ਪੰਜਾਬ 'ਚ ਕਾਂਗਰਸ ਕੋਲ ਲੀਡਰ ਨਹੀਂ ਹੈਗਾ। ਇਸ ਵੇਲੇ ਹਾਈ ਕਮਾਂਡ ਵੀ ਉਹਨਾਂ ਦੀ ਗੱਲ ਮੰਨਦੀ ਹੈ। ਇਸ ਕਰਕੇ ਜੋ ਅਮਰਿੰਦਰ ਸਿੰਘ ਚਾਹਣਗੇ ਹੋਏਗਾ ਉਹੀ, ਤੇ ਉਹ ਦੂਜਿਆਂ ਨੂੰ ਸਾਰਿਆਂ ਨੂੰ ਉਹਨਾਂ ਦੇ ਥੱਲੇ ਲੱਗ ਕੇ ਜਾਂ ਉਹਨਾਂ ਦੇ ਨਾਲ ਲੱਗ ਕੇ ਕੰਮ ਕਰਨਾ, ਜੋ ਉਹ ਕਹਿਣਗੇ ਉਹਦੇ ਮੁਤਾਬਕ ਕੰਮ ਕਰਨਾ ਪਏਗਾ। ਪਰ ਸਿੱਧੂ ਹੋਰੀ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਆਪਣੀ ਇੱਕ ਵੱਖਰਾ ਮਕਾਮ ਹੋਵੇ, ਆਪਣੀ ਵੱਖਰੀ ਸਪੇਸ ਹੋਵੇ, ਆਪਣੀ ਵੱਖਰੀ ਹੋਂਦ ਹੋਵੇ। ਮੇਰਾ ਖਿਆਲ ਹੈ ਕਿ ਉਹ ਅਮਰਿੰਦਰ ਸਿੰਘ ਨਾਲ ਜਿਹੜੀ ਇਸ ਵੇਲੇ ਸਥਿਤੀ ਹੈ ਉਹਦੇ ਮੁਤਾਬਕ ਤਾਂ ਅਮਰਿੰਦਰ ਸਿੰਘ ਜੋ ਚਾਹੁਣਗੇ ਉਹੀ ਹੋਣਾ। ਇਸ ਕਰਕੇ ਇਹ ਸਾਰੇ ਹਾਲਾਤ 'ਚੋਂ ਕੱਲ੍ਹ ਨੂੰ ਕੋਈ ਨਵੀਂ ਕਤਾਰਬੰਦੀ ਪੰਜਾਬ ਦੀ ਸਿਆਸਤ ਵਿੱਚ ਹੋ ਸਕਦੀ ਹੈ, ਭਾਵੇਂ ਉਹ ਪ੍ਰਗਟ ਸਿੰਘ ਹੋਣ, ਭਾਵੇਂ ਉਹ ਨਵਜੋਤ ਸਿੰਘ ਸਿੱਧੂ ਹੋਣ, ਜਾਂ ਕੁਝ ਹੋਰ ਬੰਦੇ ਹੋਣ ਜਿਹੜੇ ਕਿ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ ਆ ਸਕਦੇ ਨੇ। ਸੋ ਨਵਾਂ ਪਲੇਟਫਾਰਮ ਆ ਸਕਦਾ, ਨਵੇਂ ਪਲੇਟਫਾਰਮ 'ਤੇ ਲੀਡਰ ਇਕੱਠੇ ਹੋ ਸਕਦੇ ਨੇ ਤੇ ਜਾਂ ਇੱਕ ਨਵੀਂ ਕਤਾਰਬੰਦੀ ਹੋ ਸਕਦੀ ਹੈ। ਖਾਸ ਕਰਕੇ ਕਿਸਾਨ ਅੰਦੋਲਨ ਤੋਂ ਬਾਅਦ ਜਿਹੜੀ ਧਾਲੀਵਾਲ ਸਾਹਿਬ ਨੇ ਰਾਜੇਵਾਲ ਹੋਰਾਂ ਦੇ ਹਵਾਲੇ ਨਾਲ ਇਸ਼ਾਰਾ ਕੀਤਾ ਕਿ ਪੰਜਾਬ ਦੇ ਵਿੱਚੋਂ ਗੰਦਗੀ ਜਿਹੜੀ ਧੋਣ ਦੀ ਲੋੜ ਹੈ, ਇਹ ਅੰਦੋਲਨ ਬਹੁਤ ਗੰਦਗੀ ਧੋਏਗਾ। ਉਹ ਕਿਹੜੀ ਗੰਦਗੀ ਹੈ? ਰਾਜਨੀਤਿਕ ਗੰਦਗੀ। ਸੋ ਉਸ ਵੱਲ ਇਸ਼ਾਰਾ ਹੈ ਕਿ ਕਿਤੇ ਨਾ ਕਿਤੇ ਰਾਜਨੀਤਿਕ ਧਿਰਾਂ ਆ ਸਕਦੀਆਂ ਨੇ। ਪਰ ਕਿਸਾਨ ਅੰਦੋਲਨ ਦੇ ਵਿੱਚ ਅਗਵਾਈ ਕਰਨ ਵਾਲੀਆਂ ਜਥੇਬੰਦੀਆਂ ਆਪਣੇ ਆਪ ਦੀ ਸਵੈ ਪੜਚੋਲ ਕਰਨ ਲਈ ਕਿਹੜੀ ਰਣਨੀਤੀ ਅਪਣਾ ਰਹੀਆਂ ਨੇ, ਜਾਂ ਇਸ ਮੌਕੇ ਜਦੋਂ ਕਣਕ ਦੀ ਵਾਢੀ ਹੋਣੀ ਆ, ਮੰਡੀਆਂ 'ਚ ਖਰੀਦ ਹੋਣੀ ਆ, ਉਸ ਨੂੰ ਲੈ ਕੇ ਕਿਹੜੀ ਰਣਨੀਤੀ, ਤੇ ਜਿਹੜੇ ਇਸ ਅੰਦੋਲਨ 'ਚ ਸ਼ਾਮਲ ਹੁੰਦੇ ਰਹੇ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਮੁੜ ਕੇ ਅੰਦੋਲਨ ਨੂੰ ਹੋਰ ਅਗਾਂਹ 4 ਕਦਮ ਵਧਾਉਣ ਦੇ ਲਈ, ਹੋਰ ਉਚਾਈ 'ਤੇ ਲਿਜਾਣ ਦੇ ਲਈ ਉਹ ਪ੍ਰੋਗਰਾਮ ਜਿਹੜੇ ਲਿਖੇ ਜਾ ਰਹੇ ਨੇ ਉਹਦੇ ਪਰ ਚਰਚਾ ਕਰਾਂਗੇ। ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਧਾਲੀਵਾਲ ਸਾਹਿਬ। ਪਰ ਸਮਾਂ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਲਈ ਰੁਕਾਂਗੇ, ਹੁਣੇ ਪਰਤਦੇ ਹਾਂ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ, ਪ੍ਰੋਗਰਾਮ ਚਰਚਾ ਦਾ ਮੁੱਦਾ ਸਵਾਗਤ ਹੈ ਜੀ। ਸਰਬਜੀਤ ਧਾਲੀਵਾਲ ਭਾਜੀ ਹੋਰਾਂ ਨਾਲ ਅਸੀਂ ਚਰਚਾ ਕਰ ਰਹੇ ਹਾਂ। ਧਾਲੀਵਾਲ ਸਾਹਿਬ, ਇੱਕ ਤੁਸੀਂ ਇਸ ਚਰਚਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਨਾਲ ਗੱਲ ਸਾਂਝੀ ਕਰ ਰਹੇ ਸੀ ਕਿ ਕਿਸਾਨ ਜਥੇਬੰਦੀਆਂ ਆਪਣੀ ਸਵੈ ਪੜਚੋਲ ਲਈ ਵੀ ਇੱਕ ਸੈਮੀਨਾਰ ਉਲੀਕਣ ਜਾ ਰਹੀਆਂ ਨੇ, ਜਿਹਦੇ ਵਿੱਚ ਬਹੁਤ ਹਾਈ ਪੱਧਰ ਤੋਂ ਲੈ ਕੇ ਉੱਚ ਪੱਧਰ ਤੋਂ ਲੈ ਕੇ ਮੁੱਢਲੀ ਕਤਾਰ ਦੇ ਲੀਡਰਾਂ ਤੋਂ ਲੈ ਕੇ ਧਰਾਤਲ ਤੱਕ ਆਮ ਵਰਕਰ ਵਜੋਂ ਜਿਹਨੇ ਅੰਦੋਲਨ 'ਚ ਹਿੱਸਾ ਪਾਇਆ ਉਹਨਾਂ ਸਾਰਿਆਂ ਦੀ ਗੱਲ ਸੁਣੀ ਜਾਣੀ ਹੈ। ਮੁੜ ਕੇ ਇੱਕ ਨਵੀਂ ਰੂਪਰੇਖਾ ਬਣਨੀ ਹੈ, ਅੰਦੋਲਨ ਦੇ ਅਗਲੇ ਪੜਾਵਾਂ ਲਈ ਚਰਚਾ ਹੋਣੀ ਹੈ। ਸੋ ਸਾਰਾ ਕੀ ਹੈ, ਤੁਸੀਂ ਆਪਣੀ ਜਵਾਨੀ ਪਹਿਲਾਂ ਸਾਡੇ ਨਾਲ ਸਾਂਝਾ ਕਰੋ, ਫਿਰ ਅਗਲੇ। ਇੱਕ ਨਵੀਂ ਡਿਵੈਲਪਮੈਂਟ ਇਹ ਹੈ ਜੀ ਕਿ 3 ਅਪ੍ਰੈਲ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਇੱਕ ਬਹੁਤ ਵੱਡੀ ਲੁਧਿਆਣੇ ਸਮਾਗਮ ਹੋ ਰਿਹਾ ਹੈ। ਉਹ ਜਿਹੜਾ ਸਮਾਗਮ ਉਹ ਕਿਸਾਨ ਜਥੇਬੰਦੀਆਂ ਨੇ ਬੁਲਾਇਆ, ਸੰਯੁਕਤ ਕਿਸਾਨ ਮੋਰਚੇ ਨੇ ਬੁਲਾਇਆ। ਉਹਦੇ 'ਚ 32 ਦੀਆਂ 32 ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਹਾਜ਼ਰ ਹੋਣਗੇ। ਉਹ ਜਿਹੜੇ ਵੀ ਬੰਦੇ ਹੁਣ ਤੱਕ ਕਿਸਾਨ ਅੰਦੋਲਨ ਦੀ ਕਿਸੇ ਨਾ ਕਿਸੇ ਰੂਪ ਵਿੱਚ ਸਮਰਥਨ ਕਰਦੇ ਰਹੇ ਨੇ, ਭਾਵੇਂ ਉਹ IAS ਅਫਸਰ ਹੋਣ ਸਾਬਕਾ, ਭਾਵੇਂ NGOs ਹੋਣ, ਭਾਵੇਂ ਕੋਈ ਹੋਰ ਸਮਾਜਿਕ ਜਥੇਬੰਦੀਆਂ ਹੋਣ, ਭਾਵੇਂ ਕੋਈ ਜਰਨਲਿਸਟ ਹੋਣ ਜਾਂ ਹੋਰ ਹੋਣ, ਜਿਨ੍ਹਾਂ ਨੇ ਵੀ ਕੋਈ ਮਦਦ ਕੀਤੀ ਆ, ਉਹਨਾਂ ਨੂੰ ਸਾਰਿਆਂ ਨੂੰ ਉਹਨੇ ਖੁੱਲ੍ਹਾ ਸੱਦਾ ਦਿੱਤਾ ਕਿ ਤੁਸੀਂ ਉਸ ਸਮਾਗਮ ਵਿੱਚ ਆਓ, ਤੁਸੀਂ ਆਪਣੇ ਆਪਣੇ ਵਿਚਾਰ ਦੱਸੋ, ਸਾਡੇ ਵਿਚਾਰ ਸੁਣੋ ਕਿ ਅਸੀਂ ਕੀ ਸੋਚਦੇ ਹਾਂ, ਤੁਸੀਂ ਆਪਣੇ ਵਿਚਾਰ ਦੱਸੋ, ਤਾਂ ਕਿ ਇੱਕ ਗਾਹਾਂ ਵਾਲੀ ਰਣਨੀਤੀ, ਅਗਲੀ ਰਣਨੀਤੀ ਬਣਾਈ ਜਾ ਸਕੇ ਅੰਦੋਲਨ ਬਾਰੇ। ਮਤਲਬ ਇੱਕ ਤਰ੍ਹਾਂ ਦਾ ਬ੍ਰੇਨ ਸਟੋਰਮਿੰਗ ਸੈਸ਼ਨ ਜਿਹਨੂੰ ਕਹਿੰਦੇ ਆਪਾਂ, ਉਹ ਉੱਥੇ 3 ਜੁਲਾਈ ਸਵੈ ਪੜਚੋਲ ਕਹਿ ਲਓ, ਜਾਂ ਵੇ ਫਾਰਵਰਡ ਕੀ ਹੈ, ਕੀ ਕੀਤਾ ਜਾ ਸਕੇ। ਹਮੇਸ਼ਾ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਕਿ ਜਦੋਂ ਵੀ ਕਿਸੇ ਐਜੂਕੇਸ਼ਨ 'ਚ ਖੜੋਤ ਆਉਂਦੀ ਹੈ ਜਾਂ ਲੱਗਦਾ ਕਿ ਅੱਗੇ ਸਾਹਮਣੇ ਕੋਈ ਨਜ਼ਰ ਨਹੀਂ ਆ ਰਿਹਾ ਕੁਛ ਸਾਹਮਣੇ, ਤਾਂ ਫਿਰ ਇੱਕ ਸਵੈ ਪੜਚੋਲ ਕਰਨੀ ਜ਼ਰੂਰੀ ਵੀ ਹੁੰਦੀ ਹੈ। ਮੇਰਾ ਖਿਆਲ ਹੈ ਕਿ ਸਹੀ ਕਦਮ ਹੈ, ਠੀਕ ਕਦਮ ਹੈ। ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਲੈਣਾ, ਜਿਨ੍ਹਾਂ ਨੇ ਹੁਣ ਤੱਕ
ਇਸ ਅੰਦੋਲਨ ਨੂੰ ਮੋਢਾ ਲਾਇਆ ਤੇ ਆਪਣੇ ਮੋਢਿਆਂ ਤੇ ਭਾਰ ਸਿਰ ਤੇ ਇਹਨੂੰ ਚੱਕ ਕੇ ਲੈ ਕੇ ਐਡੀ ਦੂਰ ਲੈ ਕੇ ਗਏ ਨੇ। ਉਹਨਾਂ ਨਾਲ ਗੱਲਬਾਤ ਕਰਨੀ ਬਣਦੀ ਆ, ਉਹਨਾਂ ਨੂੰ ਕੌਨਫੀਡੈਂਸ ਲੈਣਾ ਬਣਦਾ ਹੈ, ਉਹਨਾਂ ਦਾ ਵਿਸ਼ਵਾਸ ਜਿੱਤਣਾ ਬਣਦਾ ਹੈ। ਇਸ ਕਰਕੇ ਉਹ ਸੈਸ਼ਨ ਹੋ ਰਿਹਾ, ਉਸ ਦਿਨ ਸਭ ਨੂੰ ਬੁਲਾਇਆ ਗਿਆ ਹੈਗਾ। ਤੇ ਦੂਸਰੀ ਗੱਲ ਇਹ ਹੈਗੀ ਕਿ ਮੇਰਾ ਖਿਆਲ ਹੈ ਕਿ ਇਸ ਤੋਂ ਬਾਅਦ ਜੋ 3 ਅਪ੍ਰੈਲ ਤੋਂ ਬਾਅਦ ਜੋ ਲੱਗਦਾ, ਮੈਨੂੰ ਲੱਗਦਾ ਕਿ ਅੰਦੋਲਨ ਦੀ ਰੂਪ ਰੇਖਾ ਬਦਲ ਜਾਣੀ ਹੈ। ਵੱਡਾ ਮਾਸ ਐਕਸ਼ਨ ਹੋਣ ਦੀ ਸੰਭਾਵਨਾ ਆਉਣ ਵਾਲੇ ਸਮੇਂ 'ਚ ਨਜ਼ਰ ਆ ਰਹੀ ਹੈ। ਮੈਨੂੰ ਲੱਗ ਰਹੀ ਹੈ ਕਿ ਕਿਉਂਕਿ ਅੰਦੋਲਨ ਖੜ ਗਿਆ ਇੱਕ ਤਰ੍ਹਾਂ ਦਾ, ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਸ ਤੋਂ ਫਿਰ ਅੰਦੋਲਨਕਾਰੀਆਂ ਕੋਲ ਹੋਰ ਕੋਈ ਰਸਤਾ ਨਹੀਂ ਹੈਗਾ ਕਿ ਸਰਕਾਰ ਨੂੰ ਹਲੂਣਾ ਦੇਣ ਦਾ ਕੀ ਤਰੀਕਾ ਹੈਗਾ। ਉਹਦੇ 'ਚ ਇੱਕ ਬਹੁਤ ਵੱਡਾ ਮਾਸ ਐਕਸ਼ਨ ਮੇਰਾ ਖਿਆਲ ਹੈ ਕਿ ਜਿਹੜਾ ਬੰਦ ਨਹੀਂ ਹੋਏਗਾ ਹੁਣ ਉਸ ਤੋਂ ਬਾਅਦ ਅਗਲਾ ਕਦਮ ਹੋ ਸਕਦਾ ਹੈ। ਉਹ ਕੀ ਹੋਏਗਾ ਇਹ ਰਣਨੀਤੀ ਹਾਲੇ ਉਹਨੇ ਸਪਸ਼ਟ ਨਹੀਂ ਕੀਤੀ, ਪਰ ਹੋਏਗਾ ਜ਼ਰੂਰ ਮੇਰਾ ਖਿਆਲ 3 ਅਪ੍ਰੈਲ ਤੋਂ ਬਾਅਦ ਹੋਏਗਾ। ਦੂਜਾ ਵਾਢੀ ਦਾ ਸਮਾਂ ਆ ਗਿਆ। ਉਸ ਦੇ ਨਾਲ ਹੀ ਧਾਲੀਵਾਲ ਸਾਹਿਬ ਉੱਥੇ ਬੇਸ਼ੱਕ ਕਿਹਾ ਜਾਂਦਾ ਕਿ ਜਿਹੜੇ ਪਰਿਵਾਰ ਪੱਕੇ ਬੈਠੇ ਨੇ, ਜਿਹੜੇ ਕਿਸਾਨ ਪੱਕੇ ਬੈਠੇ ਨੇ, ਉਹਨਾਂ ਦੇ ਪਿੰਡ ਵਾਲਿਆਂ ਨੇ ਜ਼ਿੰਮੇਵਾਰੀਆਂ ਸਾਂਭੀਆਂ ਜਾਂ ਅਦਲਾ ਬਦਲੀ ਜਾਂਦੇ ਨੇ। ਪਰ ਇੱਕ ਤਾਂ ਵਾਢੀ ਦਾ ਸੀਜ਼ਨ ਤਾਂ ਹੈ ਹੀ ਹੈ, ਉਹ ਫਿਕਰ ਤਾਂ ਕਿਸਾਨ ਨੂੰ ਹੈ ਹੀ ਕਿ ਸਹੀ ਸਮੇਂ ਮੀਂਹ ਕਣੀ ਤੋਂ ਬਚ ਕੇ ਮੇਰੀ ਫਸਲ ਸੁੱਕੀ ਮੰਡੀ 'ਚ ਵਿਕ ਜਵੇ, 4 ਦਾਣੇ ਘਰੇ ਵੀ ਆ ਜਾਣ ਤੇ ਜੇਬ 'ਚ 4 ਪੈਸੇ ਵੀ ਆ ਜਾਣ, ਕਿਉਂਕਿ ਸਾਰਾ ਕੁਝ ਇਸੇ 6 ਮਹੀਨਿਆਂ ਦੇ ਹਿਸਾਬ ਨਾਲ ਖੜਾ ਹੁੰਦਾ। ਪਰ ਇਹਦੇ ਨਾਲ ਨਾਲ ਜਿਹੜੇ ਸਰਕਾਰੀ ਪੈਮਾਨਿਆਂ ਨਾਲ ਪੰਜਾਬ ਨੂੰ ਤੰਗ ਕਰਨ ਦੀ ਕੋਸ਼ਿਸ਼ ਹੈ, ਉਹਦਾ ਵੀ ਅਸਰ ਫਿਕਰ ਹੈ। ਤੇ ਉਹਦੇ ਵਿੱਚੋਂ ਵੀ ਅੰਦੋਲਨ ਦੀਆਂ ਕਾਰੀ ਜਥੇਬੰਦੀਆਂ ਸਾਡੀਆਂ ਕੁਝ ਕੱਢਣ ਲਈ ਕਿਸਾਨ ਨੂੰ ਸੋਚ ਰਹੀਆਂ ਕੁਝ। ਹਾਂ ਦੇਖੋ, ਬਹੁਤ ਮੁਸ਼ਕਿਲ ਤਾਂ ਆ ਹੀ ਰਹੀ ਹੈ। ਹਾਲੇ ਤੱਕ ਤਾਂ 10 ਅਪ੍ਰੈਲ ਤੋਂ ਬਾਅਦ ਕਣਕ ਦੀ ਐਤਕੀ ਸ਼ੁਰੂ ਹੋਏਗੀ। ਪਹਿਲਾਂ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਸੀ ਆਮ ਤੌਰ 'ਤੇ, ਹੁਣ ਸਰਕਾਰੀ ਸੀ 10 ਅਪ੍ਰੈਲ ਤੋਂ ਸ਼ੁਰੂ ਹੋਏਗੀ। ਦੂਜਾ ਕਰੋਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ, ਉਹਦਾ ਵੀ ਇੱਕ ਚਿੰਤਾ ਉਹਦਾ ਵਿਸ਼ਾ ਬਣਿਆ ਹੋਇਆ ਹੈ। ਸਰਕਾਰੀ ਤੌਰ 'ਤੇ ਜ਼ਿਆਦਾ ਫੈਲ ਰਿਹਾ। ਹਾਂ, ਸਰਕਾਰੀ ਤੌਰ 'ਤੇ ਫੈਲ ਰਿਹਾ, ਕਿਵੇਂ ਕਹਿ ਲਓ, ਮਤਲਬ ਵੀ ਸਾਰੇ ਦੇਸ਼ ਵਿੱਚ ਹੀ ਉਹ ਤਕਰੀਬਨ ਉਹਦੀ ਹੁਣ ਸ਼ੁਰੂ ਹੋ ਗਈ ਹੈ ਗੱਲਬਾਤ ਕਿ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ। ਜਿਹੜਾ ਨਵਾਂ ਕੋਈ ਵਾਇਰਸ ਆਇਆ, ਕਹਿੰਦੇ ਜੀ ਉਹ ਬਹੁਤ ਤੇਜ਼ੀ ਨਾਲ ਬੰਦੇ ਨੂੰ ਪਕੜਦਾ ਹੈ, ਤੇਜ਼ੀ ਨਾਲ ਫੜਦਾ ਬੰਦੇ ਨੂੰ। ਸੋ ਇਹ ਵੀ ਗੱਲਾਂ ਹੈਗੀਆਂ ਨੇ, ਪਰ ਹਲੇ ਤੱਕ ਜਿਹੜੀਆਂ ਫੜਦਾਂ ਵਾਲਾ ਮਸਲਾ ਨਹੀਂ ਹੱਲ ਹੋਇਆ। ਉਹ ਮਸਲਾ ਹਲੇ ਉੱਥੇ ਉਹ ਜਿਉਂਦਾ ਤਿਉਂ ਖੜਾ ਹੈਗਾ। ਹਾਲਾਂਕਿ ਸਰਕਾਰ ਨੇ 10 ਅਪ੍ਰੈਲ ਦੀ ਇਜਾਜ਼ਤ ਦਿੱਤੀ ਹੈ ਕਿ 10 ਅਪ੍ਰੈਲ ਤੋਂ ਹੁਣ ਤੁਸੀਂ 31 ਮਈ ਤੱਕ ਖਰੀਦ ਸਕਦੇ ਹੋ। ਪਹਿਲਾਂ ਸੀ 1 ਅਪ੍ਰੈਲ ਤੋਂ 24 ਮਈ ਤੱਕ ਸੀਗਾ, ਹੁਣ ਉਹਨਾਂ ਵਧਾ ਕੇ 7 ਦਿਨ ਉੱਧਰ ਦੇਤੇ ਨੇ। ਇਹ ਤਾਂ ਮਸਲਾ ਹੱਲ ਹੋ ਗਿਆ, ਪਰ ਫੜਦਾਂ ਦਾ ਮਸਲਾ ਨਹੀਂ ਹੱਲ ਹੋਇਆ। ਹਾਲੇ ਤੱਕ ਮੇਰਾ ਖਿਆਲ ਹੈ ਕਿ ਲਿਮਟ ਵੀ ਨਹੀਂ ਆਈ। ਜੋ ਇੱਕ ਕੇਂਦਰ ਸਰਕਾਰ ਲਿਮਟ ਜਾਰੀ ਕਰਦੀ ਹੈ, ਪੈਸਾ ਜਾਰੀ ਹੁੰਦਾ ਹੈ, ਜਿਹਨੂੰ CCL ਕਹਿੰਦੇ ਕੈਸ਼ ਕ੍ਰੈਡਿਟ ਲਿਮਟ, ਉਹ ਵੀ ਹਾਲੇ ਉਹ ਵੀ ਜਾਰੀ ਨਹੀਂ ਹੋਈ। 25-26 ਹਜ਼ਾਰ ਕਰੋੜ ਰੁਪਇਆ ਉਹ ਵੀ ਆਉਣਾ ਜਿਹਦੇ ਕਿ ਕਿਸਾਨਾਂ ਨੂੰ ਪੇਮੈਂਟ ਹੋਣੀ ਹੈ। ਤੇ ਸਿੱਧੀ ਅਦਾਇਗੀ ਤੇ ਜਿਹੜੀ ਹੈਗੀ ਕਿ ਆੜ੍ਹਤੀਆਂ ਰਾਹੀਂ ਅਦਾਇਗੀ, ਉਹਦਾ ਵੀ ਹਲੇ ਫੈਸਲਾ ਨਹੀਂ ਹੋਇਆ। ਹਰਿਆਣਾ ਨੇ ਫੈਸਲਾ ਕਰਤਾ ਹੈ। ਹਰਿਆਣਾ ਨੇ ਕਹਿਤਾ ਹੈ ਆੜ੍ਹਤੀਆਂ ਨੂੰ ਅਸੀਂ ਪੈਸੇ ਦੇਵਾਂਗੇ, ਭਾਵੇਂ ਅਸੀਂ ਸਿੱਧੀ ਪੇਮੈਂਟ ਕਰੀਏ, ਭਾਵੇਂ ਅਸੀਂ ਟੇਢੀ ਪੇਮੈਂਟ ਕਰੀਏ, ਜੋ ਮਰਜ਼ੀ। ਆੜ੍ਹਤੀਆਂ ਦਾ ਕੁਛ ਨਹੀਂ ਮਿਲਿਆ। ਉਹਨਾਂ ਨੇ ਆਪਣਾ ਖਹਿੜਾ ਛੁਡਾ ਲਿਆ ਆੜ੍ਹਤੀਆਂ। ਉਹਨੇ ਕਿਹਾ ਚਲੋ ਇਹ ਰੌਲੇ ਤੋਂ ਮੁਕਤ ਹੋ ਗਏ। ਹੁਣ ਇੱਕੋ ਸਰਕਾਰ ਹੈ ਨਾ, ਤੇ ਇੱਥੇ ਲਈ ਕੈਪਟਨ ਨੂੰ ਵੀ ਤਾਂ ਫਸਾਉਣਾ ਹੋਊਗਾ ਨਾ, ਇਹ ਵੀ ਤਾਂ ਨਹੀਂ, ਪੰਜਾਬ ਸਰਕਾਰ ਨੂੰ ਵੀ ਦੇਖੋ ਮੇਰਾ ਉਹੀ ਕਰਨਾ ਪਏਗਾ ਜੋ ਹਰਿਆਣਾ ਸਿਸਟਮ ਫਾਲੋ ਕਰੇਗਾ। ਮੇਰਾ ਖਿਆਲ ਕਿ ਪੰਜਾਬ ਨੂੰ ਉਹੀ ਫਾਲੋ ਕਰਨਾ ਪਏਗਾ। ਪਰ ਹੁਣ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਕੀ 2.5% ਦੇਗੀ, ਜਾਂ ਕੇਂਦਰ ਜਿਹੜੀ ਖਰੀਦੀ ਪਾਰਟੀ ਹੈ, ਏਜੰਸੀ, ਉਹਨੇ ਦੇਣਾ 2.5%। ਉਹ ਕੇਂਦਰ ਸਰਕਾਰ ਹੈ। ਫਿਰ ਜੇ ਨਹੀਂ ਦੇਗੀ ਤਾਂ 1500-1600 26,000 ਦਾ ਤੁਸੀਂ ਲਾ ਲਓ ਵੀ 26,000 ਦਾ ਕਿੰਨੇ 2.5% ਦੇ ਹਿਸਾਬ ਨਾਲ ਬਣ ਗਿਆ। ਕੌਣ ਦੇਗਾ ਉਹ? ਤੋ ਇਹ ਬਹੁਤ ਇੱਕ ਸਵਾਲ ਆ, ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ। ਪੰਜਾਬ ਸਰਕਾਰ ਕੋਲ ਤਾਂ ਪਹਿਲਾਂ ਹੀ ਪੈਸਾ ਨਹੀਂ ਹੈਗਾ, ਆਪਣੇ ਵੱਲੋਂ ਦੇ ਨਹੀਂ ਸਕਦੀ। ਜੇ ਕੇਂਦਰ ਸਰਕਾਰ 2.5% ਦੇਣਾ ਨਹੀਂ ਮੰਨਦੀ ਤਾਂ ਇੱਕ ਨਵਾਂ ਸੰਕਟ ਖੜਾ ਹੋ ਜਾਏਗਾ, ਨਵੀਂ ਵਿਪਤਾ ਪੈਦਾ ਹੋ ਜਾਏਗੀ। ਤਾਂ ਆਉਣ ਵਾਲੇ ਦਿਨ ਮੇਰਾ ਖਿਆਲ ਹੈ ਪੰਜਾਬ ਦੀ ਇਕੱਲੀ ਸਿਆਸਤ ਵਾਸਤੇ ਨਹੀਂ, ਕਣਕ ਦੀ ਖਰੀਦ ਬਾਰੇ ਵੀ, ਓਵਰਆਲ ਸਿਚੁਏਸ਼ਨ ਬਾਰੇ ਵੀ ਸਾਰਾ ਕੁਝ ਹੈਗਾ। ਇਹ ਬੜੇ ਕੀਮਤੀ ਮਹੱਤਵਪੂਰਨ ਹੈਗੇ ਨੇ। ਦੇਖਦੇ ਹਾਂ ਕਿ ਕੀ ਹੁੰਦਾ ਹੁਣ। ਦੇਖਦੇ ਹਾਂ ਕੀ ਹੁੰਦਾ। ਕਿਸਾਨਾਂ ਨੂੰ ਤਾਂ ਅਦਾਇਗੀ ਹੋ ਜਾਏਗੀ, ਪਰ ਸਵਾਲ ਉੱਥੇ ਹੀ ਖੜੇ ਨੇ, ਚਾਹੇ ਉਹ ਫਰਦ ਵਾਲਾ ਮਸਲਾ ਹੋਵੇ, ਚਾਹੇ ਉਹ ਖਰੀਦ ਵਾਲਾ ਮਸਲਾ ਹੋਵੇ। ਪਰ ਕਿਤੇ ਨਾ ਕਿਤੇ ਆੜ੍ਹਤੀਆਂ ਦਾ 2.5% ਨਰਿੰਦਰ ਮੋਦੀ ਦੇਣਗੇ ਜਾਂ ਕੈਪਟਨ ਅਮਰਿੰਦਰ ਦੇਗਾ। ਜਿੱਥੇ ਇਹ ਸਵਾਲ ਖੜਾ, ਉੱਥੇ ਧਾਲੀਵਾਲ ਸਾਹਿਬ ਨੇ ਸਪਸ਼ਟ ਕਹਿ ਦਿੱਤਾ ਕਿ ਅੰਦੋਲਨ ਕਿਸੇ ਮੁਕਾਮ 'ਤੇ ਜਾ ਕੇ ਜਿੱਥੇ ਰੁਕਿਆ, ਵੱਡੇ ਉੱਚੇ ਮੁਕਾਮ 'ਤੇ ਜਿੱਥੇ ਜਾ ਕੇ ਰੁਕਿਆ, ਹੁਣ ਉਹਦੇ ਵਿੱਚ ਆਉਂਦੀ 3 ਅਪ੍ਰੈਲ ਨੂੰ ਵੱਡਾ ਉਬਾਲਾ ਆਏਗਾ। ਉਹ ਕਿਹੜਾ ਉਬਾਲਾ ਹੈ, ਕਿਹੜੀ ਲਹਿਰ ਉੱਠਣ ਵਾਲੀ ਹੈ, ਉਸ 'ਤੇ ਸਾਡੀ ਨਜ਼ਰ ਰਹੇਗੀ। ਫਿਰ ਪਰਤਾਂਗੇ ਛੇਤੀ ਨਵੇਂ ਮਹਿਮਾਨ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।